ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਲਾ ਤਰੋ ਤਰਾ ਪਰ ਪੁੰਨ ਸੀਸਾ ਜੀ ਪੁੰਨ ਸੀਸਾ ਬੰਦੋ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਚੰਡ ਪ੍ਰਚੰਡ ਅਖੰਡ ਬੜ ਜਗ ਮੰਡਨ ਖਲਖੰਡ। ਭੁਜ ਦੰਡਨ ਕੋ ਦੰਡ ਧਰ ਸਦ ਅਦੰਡ ਬਰਬੰਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੇ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸ਼ਹੀਦ ਭਾਈ ਸੁਬੇਗ ਸਿੰਘ ਜੀ, ਸ਼ਹੀਦ ਭਾਈ ਸਹਿਬਾਜ ਸਿੰਘ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਹੋ ਕੋਟि ਕੋਟि ਪ੍ਰਣਾਮ ਕਰਨ ਵਾਸਤੇ ਇਕੱਤਰ ਹੋਏ। ਅੱਜ ਦੇ ਦਿਨ 1802 ਸੰਮਤ ਬਿਕਰਮੀ ਨੂੰ ਭਾਈ ਸੁਬੇਗ ਸਿੰਘ ਜੀ ਔਰ ਭਾਈ ਸਹਿਬਾਜ ਸਿੰਘ ਜੀ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਅਰਦਾਸ ਵਿੱਚ ਜਦੋਂ ਅਸੀਂ ਨਿਤਾ ਪ੍ਰਤੀ ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ। ਜਦੋਂ ਚਰਖੜੀਆਂ ਤੇ ਚੜ੍ਹੇ ਕਹਿੰਦੇ ਆ ਉਦੋਂ ਸਾਡਾ ਧਿਆਨ ਭਾਈ ਸੁਬੇਗ ਸਿੰਘ ਜੀ ਔਰ ਭਾਈ ਸਹਿਬਾਜ ਸਿੰਘ ਜੀ ਵੱਲ ਜਾਂਦਾ ਹੈ। ਲਾਹੌਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਜੰਬਰ, ਉੱਥੋਂ ਦੇ ਭਾਈ ਸੁਬੇਗ ਸਿੰਘ ਜੀ ਰਹਿਣ ਵਾਲੇ ਸਨ। ਪਹਿਲਾਂ ਸਰਕਾਰੀ ਜ਼ਮੀਨਾਂ ਦੇ ਠੇਕੇ ਲੈਂਦੇ ਸੀ।
ਸੂਬੇ ਲਾਹੌਰ ਨਾਲ ਨੇੜਤਾ ਬਣੀ ਵਜ਼ੀਰੀ ਮਿਲ ਗਈ। ਖਾਲਸੇ ਪੰਥ ਨਾਲ ਪ੍ਰੇਮ ਹੈ। ਅਰਬੀ ਦੇ, ਫਾਰਸੀ ਦੇ ਭਾਈ ਸੁਬੇਗ ਸਿੰਘ ਜੀ ਬੜੇ ਵਿਦਵਾਨ ਸਨ। ਪੰਥ ਦੀ ਸ਼ਰਨ ਦੇ ਵਿੱਚ ਜ਼ਕਰੀਆ ਖਾਨ ਨੇ ਜਦੋਂ ਨਵਾਬੀ ਦੀ ਖਿਲਤ ਭੇਜੀ ਹੈ ਤਾਂ ਉਹ ਭਾਈ ਸੁਬੇਗ ਸਿੰਘ ਜੀ ਲੈ ਕੇ ਗਏ ਸੀ, ਜੋ ਨਵਾਬ ਕਪੂਰ ਸਿੰਘ ਜੀ ਨੂੰ ਮਿਲੀ। ਭਾਈ ਸੁਬੇਗ ਸਿੰਘ ਜੀ ਦਾ ਸੁਪੁੱਤਰ ਹੈ ਭਾਈ ਸਬਾਜ ਸਿੰਘ, 18 ਸਾਲ ਦੀ ਉਮਰ ਹੈ। ਮੌਲਵੀਆਂ ਦੇ ਨਾਲ ਕਿਸੇ ਗੱਲਬਾਤ ਕਰਦਿਆਂ ਜਦੋਂ ਉਹਨਾਂ ਨੇ ਕੁਝ ਮਾੜੇ ਸ਼ਬਦ ਕਹੇ ਤਾਂ ਅੱਗੋਂ ਭਾਈ ਸ਼ਬਾਜ ਸਿੰਘ ਨੇ ਵੀ ਉਸੇ ਬੋਲੀ 'ਚ ਉਹਨਾਂ ਨੂੰ ਜਵਾਬ ਦਿੱਤਾ ਤਾਂ ਮੌਲਵੀਆਂ ਨੇ ਸੂਬੇ ਲਾਹੌਰ ਨੂੰ ਸ਼ਿਕਾਇਤ ਕੀਤੀ। ਲਾਹੌਰ ਦਾ ਸੂਬੇਦਾਰ ਉਹਨਾਂ ਦਿਨਾਂ ਵਿੱਚ ਯਹੀਆ ਖਾਨ ਸੀ। ਜ਼ਕਰੀਆ ਖਾਨ ਮਰ ਚੁੱਕਾ ਸੀ। ਯਹੀਆ ਖਾਨ ਨੇ ਭਾਈ ਸਬਾਜ ਸਿੰਘ ਤੇ ਸੁਬੇਗ ਸਿੰਘ ਦੋਨਾਂ ਨੂੰ ਗ੍ਰਿਫਤਾਰ ਕਰਵਾ ਲਿਆ। ਬਹੁਤ ਤਸੀਹੇ ਦਿੱਤੇ, ਆਖਿਆ ਇਸਲਾਮ ਕਬੂਲ ਕਰ ਲਓ। ਪਰ ਭਾਈ ਸੁਬੇਗ ਸਿੰਘ ਸਬਾਜ ਸਿੰਘ ਦਾ ਇੱਕੋ ਜਵਾਬ ਸੀ, ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਹੈ। ਚਰਖੜੀਆਂ ਤੇ ਚਾੜ ਕੇ ਸਰੀਰ ਤੂੰਬਾ ਤੂੰਬਾ ਕੀਤਾ। ਅਖੀਰ ਭਾਈ ਸਬਾਜ ਸਿੰਘ ਨੂੰ ਭਾਈ ਸੁਬੇਗ ਸਿੰਘ ਤੋਂ ਵੱਖਰਾ ਕਰਕੇ ਕੋਰੜੇ ਮਾਰ-ਮਾਰ ਕੇ ਸਬਾਜ ਸਿੰਘ ਦੇ ਸਰੀਰ ਦਾ ਮਾਸ ਉਧੇੜ ਦਿੱਤਾ। ਪੈਰਾਂ ਦੇ ਵਿੱਚ ਗਰਮ ਸੁਲਾਖਾਂ ਲਾਈਆਂ ਗਈਆਂ। ਬਹੁਤ ਜ਼ਿਆਦਾ ਮਾਰਿਆ ਕੁੱਟਿਆ, ਜਿਵੇਂ ਕੋਈ ਅਧਮੋਇਆ ਜਾ ਹੋ ਜੇ। ਇਦਾਂ ਭਾਈ ਸਬਾਜ ਸਿੰਘ ਜੀ, ਬਾਲ ਅਵਸਥਾ ਹੀ ਸੀ, 18 ਸਾਲ ਦੀ ਉਮਰ ਕਿਤਨੀ ਕੁ ਹੁੰਦੀ ਹੈ। ਅੱਧੀ ਬੇਹੋਸ਼ੀ ਦੇ ਵਿੱਚ ਸਬਾਜ ਸਿੰਘ ਨੂੰ ਕਹਿਣ ਲੱਗੇ ਕਿ ਤੇਰੇ ਪਿਤਾ ਨੇ ਇਸਲਾਮ ਕਬੂਲ ਕਰ ਲਿਆ, ਤੂੰ ਕਿਉਂ ਮਾਰ ਖਾਨਾ? ਝੂਠ ਬੋਲਿਆ ਇਹਨਾਂ ਨੇ। ਸਿਰ ਹਿਲਵਾ ਲਿਆ, ਹਾਮੀ ਜਿਵੇਂ ਕਹਿੰਦੇ ਆ ਨਾ, ਵੀ ਉਹ ਭਰਵਾ ਲਈ। ਆ ਕੇ ਸੁਬੇਗ ਸਿੰਘ ਨੂੰ ਦੱਸਿਆ ਵੀ ਤੂੰ ਬੜਾ ਮਾਣ ਕਰਦਾ ਸੀ, ਤੇਰੇ ਪੁੱਤਰ ਨੇ ਤਾਂ ਇਸਲਾਮ ਕਬੂਲਣ ਵਾਸਤੇ ਹਾਮੀ ਭਰ ਦਿੱਤੀ ਹੈ। ਭਾਈ ਸਬਾਜ ਸਿੰਘ ਜੀ ਨੂੰ ਬੁਲਾਉਣ ਵਾਸਤੇ ਸੁਬੇਗ ਸਿੰਘ ਨੇ ਕਿਹਾ ਵੀ ਉਹਨੂੰ ਲਿਆਓ, ਮੈਂ ਵੇਖਦਾ। ਜਦੋਂ ਮੱਥੇ ਤੇ ਵੇਖਿਆ ਕਿ ਮੱਥੇ ਤੇ ਕੋਈ ਪੂਰਬਲੇ ਜਨਮ ਦਾ ਮਾੜਾ ਕਰਮ ਅੱਗੇ ਆ ਗਿਆ, ਕਲਗੀਧਰ ਦੇ ਚਰਨਾਂ ਦਾ ਧਿਆਨ ਧਰ ਕੇ ਜਦੋਂ ਆਪਣਾ ਚਰਨ ਤੇ ਲੱਗੀ ਜਿਹੜੀ ਧੂੜ ਸੀ ਉਹ ਆਪਣੇ ਪੁੱਤਰ ਦੇ ਮੱਥੇ ਤੇ ਲਾਈ ਤੇ ਮਾੜਾ ਲੇਖ ਬਦਲ ਦਿੱਤਾ। ਆਖਿਆ ਲਓ, ਜੇ ਹੁਣ ਤੁਹਾਡੇ ਕੋਲੋਂ ਬਣਦਾ ਮੁਸਲਮਾਨ ਤਾਂ ਬਣਾ ਲਓ। ਉਹੀ ਸਬਾਜ ਸਿੰਘ ਝੱਟ ਤਿਆਰ ਹੋ ਗਿਆ। ਕਹਿੰਦਾ ਜਾਨੋਂ ਮਾਰ ਦਿਓ, ਮੈਂ ਇਹ ਸਰੀਰ ਤਿਆਗ ਦਿਆਂਗਾ, ਪਰ ਆਪਣੇ ਸਾਹਿਬ ਦੀ ਸਿੱਖੀ ਨਹੀਂ ਤਿਆਗਾਂਗਾ। ਸੁਬੇਗ ਸਿੰਘ ਨੂੰ ਸੂਬਾ ਲਾਹੌਰ ਕਹਿੰਦਾ ਤੂੰ ਆਪਣਾ ਬੰਸ ਕਿਉਂ ਮਰਵਾਉਣਾ? ਤੇਰਾ ਇੱਕ ਇੱਕ ਪੁੱਤਰ ਹੈ, ਆਪਣਾ ਬੰਸ ਬਚਾ ਲੈ, ਆਪਣੀ ਕੁੱਲ ਬਚਾ ਲੈ। ਤਾਂ ਭਾਈ ਸੁਬੇਗ ਸਿੰਘ ਨੇ ਜਵਾਬ ਦਿੱਤਾ, ਆਖਿਆ ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਬਨ ਬੜਾਈ। ਸਾਡੇ ਵਾਸਤੇ ਸਾਡੇ ਗੁਰਦੇਵ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਕੁੱਲ ਗਵਾ ਦਿੱਤੀ ਹੈ, ਤੇ ਮੈਂ ਤਾਂ ਗੁਰੂ ਘਰ ਦਾ ਇੱਕ ਅਦਨਾ ਜਿਹਾ ਸੇਵਕ ਹਾਂ। ਮੈਂ ਆਪਣੀ ਕੁੱਲ ਰੱਖ ਕੇ ਕੀ ਵਡਿਆਈ ਖੱਟਣੀ ਹੈ, ਜੇ ਬਾਜਾਂ ਵਾਲੇ ਸੁਆਮੀ ਨੇ ਆਪਣੀ ਕੁੱਲ ਨਹੀਂ ਰੱਖੀ ਤੇ ਮੈਂ ਕੀ ਹਾਂ? ਅਨੇਕਾਂ ਤਸੀਹੇ ਦੇ ਕੇ ਅੱਜ ਦੇ ਦਿਨ ਭਾਈ ਸੁਬੇਗ ਸਿੰਘ ਤੇ ਸਬਾਜ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਇਹੋ ਜਿਹੇ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਲੜੀਵਾਰ ਕਥਾ ਧੰਨ ਗੁਰੂ ਨਾਨਕ ਸਾਹਿਬ ਦੀ ਆਪ ਜੀ ਸਰਵਣ ਕਰ ਰਹੇ। ਰਿਸ਼ੀਆਂ ਮੁਨੀਆਂ ਤਪਸਵੀਆਂ ਨੂੰ ਸਤਿਗੁਰੂ ਜੀ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਨੇ। ਪਹਾੜਾਂ ਦੀ ਸੈਲ ਹੈ, ਜਿੱਥੇ ਜਿੱਥੇ ਕੋਈ ਮਹਾਤਮਾ ਤਪਸਵੀ ਤਪ ਕਰ ਰਿਹਾ ਹੈ ਉਹਨੂੰ ਜਾ ਕੇ ਦਰਸ਼ਨ ਦੇ ਕੇ
ਗਰੀਬ ਨਵਾਜ ਕਿਰਤਾਰਥ ਕਰ ਰਹੇ ਨੇ, ਉਹਨਾਂ ਦੀ ਕੀਤੀ ਬੰਦਗੀ ਦਾ ਫਲ ਉਹਨਾਂ ਨੂੰ ਬਖਸ਼ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਚੰਡ ਪ੍ਰਚੰਡ ਅਖੰਡ ਬੜ ਜਗ ਮੰਡਣ ਖਲਖੰਡ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਪ੍ਰਚੰਡ ਸ਼ਕਤੀ ਹੈ ਉਹ ਬੜੀ ਪ੍ਰਚੰਡ ਹੈ, ਪ੍ਰਬਲ ਹੈ। ਅਖੰਡ ਹੈ, ਉਹਨੂੰ ਖੰਡਿਆ ਨਹੀਂ ਜਾ ਸਕਦਾ, ਉਹਨੂੰ ਤੋੜਿਆ ਭੰਨਿਆ ਨਹੀਂ ਜਾ ਸਕਦਾ। ਜੋ ਸਾਰੇ ਜਗ ਮੰਡਲ ਦੇ ਵਿੱਚ ਵਿਆਪਕ ਹੈ ਔਰ ਖਲਾਂ ਤੇ ਮੂਰਖਾਂ ਨੂੰ ਖੰਡਣ ਵਾਲੀ ਹੈ। ਭੁਜ ਦੰਡਨ ਕੋ ਦੰਡ ਧਰ ਸਦ ਅਦੰਡ ਬਰ ਬੰਡ। ਜਿਹੜੇ ਹੰਕਾਰੀ ਨੇ, ਆਪਣੀਆਂ ਬਾਹਾਂ ਦੇ ਬਲ ਤੇ ਮਾਣ ਕਰਨ ਵਾਲੇ ਨੇ, ਉਹਨਾਂ ਨੂੰ ਦੰਡ ਦੇਣ ਵਾਲੀ ਹੈ ਪਰਮੇਸ਼ਰ ਦੀ ਸ਼ਕਤੀ। ਜਿਹੜੇ ਕਹਿੰਦੇ ਆ ਨਾ ਵੀ ਸਾਡਾ ਕੱਦ ਏਡਾ ਉੱਚਾ ਵੀ ਸਾਡਾ ਸਿਰ ਅਸਮਾਨ 'ਚ ਨਹੀਂ ਮੇਵਦਾ, ਪਰਮੇਸ਼ਰ ਆਪਣੀ ਸ਼ਕਤੀ ਦੇ ਬਲ ਨਾਲ ਉਹਨਾਂ ਦੀਆਂ ਨੱਕਾਂ 'ਚ ਵੀ ਨਕੇਲ ਪਾ ਲੈਂਦਾ। ਜੇ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ, ਉਹਨਾਂ ਦੀਆਂ ਨੱਕਾਂ 'ਚ ਵੀ ਨਕੇਲ ਪਾ ਲੈਂਦਾ। ਐਸਾ ਅਕਾਲ ਪੁਰਖ ਹੈ ਔਰ ਸਦਾ ਅਦੰਡ, ਉਹਨੂੰ ਕੋਈ ਦੰਡ ਦੇਣ ਵਾਲਾ ਨਹੀਂ, ਬਰ ਬੰਡ ਬਲੀ ਹੈ, ਉਹਨੂੰ ਮੇਰੀ ਵੰਦਨਾ ਹੈ। ਅਕਾਲ ਪੁਰਖ ਜੀ ਦੀ ਐਸੀ ਪ੍ਰਚੰਡ ਸ਼ਕਤੀ ਨੂੰ ਮੇਰੀ ਨਮਸਕਾਰ ਹੈ। ਸ਼੍ਰੀ ਬਾਲਾ ਸੰਧੂਰ ਵਾਚ ਚੌਪਈ ਸ਼੍ਰੀ ਅੰਗਦ ਜੀ ਸੁਨ ਗੁਣ ਭਵਨੰ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ। ਹੇ ਗੁਣਾ ਦੇ ਭਵਨ, ਧੰਨ ਗੁਰੂ ਅੰਗਦ ਦੇਵ ਸਾਹਿਬ, ਬਾਬਾ ਫੇਰੂ ਨੰਦਨ ਜੀ, ਤਰੇਹਣ ਕੁਲ ਸਿਰਮੌਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸੁਣੋ ਇਸ ਅੰਮ੍ਰਿਤਮਈ ਕਥਾ ਨੂੰ। ਤਹਿ ਤੇ ਕੀਨ ਗੁਰੂ ਪੁਨ ਗਵਨੰ। ਉਹਨਾਂ ਪਹਾੜਾਂ ਦੀ ਸੈਲ ਕਰਦਿਆਂ ਇੱਕ ਮਹਾਂਪੁਰਸ਼ ਨੂੰ ਦਰਸ਼ਨ ਦੇ ਕੇ ਗੁਣਾ ਦੇ ਭਵਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅੱਗੇ ਵਧੇ ਹਨ। ਤਤ ਛਿਨ ਉਲਕਾ ਗਿਰ ਪਰ ਆਏ। ਚਲਦਿਆਂ ਚਲਦਿਆਂ ਮਹਾਰਾਜ ਜੀ ਇੱਕ ਉਲਕਾ ਨਾਮ ਦਾ ਪਹਾੜ ਹੈ, ਉਸ ਉਲਕਾ ਗਿਰ ਦੇ ਉੱਤੇ, ਉਲਕਾ ਪਹਾੜ ਦੇ ਉੱਤੇ ਚੱਲ ਕੇ ਆਏ ਹਨ। ਮਰਦਾਨੇ ਤਬ ਵਾਕ ਅਲਾਏ। ਜਦੋਂ ਉਲਕਾ ਗਿਰ ਤੇ ਸਤਿਗੁਰੂ ਜੀ ਪਹੁੰਚੇ ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰਦੇਵ ਨੂੰ ਬੇਨਤੀ ਕਰਕੇ ਪੁੱਛਣ ਲੱਗੇ, ਜਿਸ ਮਾਰਗ ਮਹਿ ਹਮ ਚੱਲ ਜਾਹੀ। ਮਹਾਰਾਜ ਜੀ ਆ ਜਿਹੜੇ ਰਸਤੇ ਤੇ ਅਸੀਂ ਚੱਲ ਕੇ ਜਾ ਰਹੇ ਹਾਂ, ਕੌਣ ਦੇਸ਼ ਆਵਹਿ ਇਸ ਮਾਹੀ। ਅੱਗੇ ਜਾ ਕੇ ਮਹਾਰਾਜ ਜੀ ਕਿਹੜਾ ਦੇਸ਼ ਆਵੇਗਾ, ਕਿਹੜੀ ਧਰਤੀ ਆਵੇਗੀ, ਕਿਹੜਾ ਇਲਾਕਾ ਆਵੇਗਾ। ਕਿਤਕ ਦਿਵਸ ਮਹਿ ਆਪਣੇ ਦੇਸ਼ਾ। ਔਰ ਚਲਦਿਆਂ ਚਲਦਿਆਂ ਆਪਾਂ ਆਪਣੇ ਦੇਸ਼ ਵਿੱਚ ਕਦੋਂ ਤੱਕ ਪਹੁੰਚਾਂਗੇ। ਮਹਾਰਾਜ ਜੀ ਜਿਹੜੇ ਰਸਤੇ ਆਪਾਂ ਜਾ ਰਹੇ ਹਾਂ ਅੱਗੇ ਕਿਹੜਾ ਦੇਸ਼ ਆਵੇਗਾ ਔਰ ਅਸੀਂ ਆਪਣੇ ਦੇਸ਼ ਵਿੱਚ ਕਦੋਂ ਤੱਕ ਪਹੁੰਚ ਸਕਦੇ ਹਾਂ। ਪਹੁੰਚਾਂਗੇ ਭੰਨੀਏ ਜਗਤੇਸ਼ਾ। ਇਹ ਜਗਤ ਦੇ ਈਸ਼ਵਰ ਸਤਿਗੁਰੂ ਜੀ, ਇਹ ਸਾਰੀ ਸ੍ਰਿਸ਼ਟੀ ਤੁਹਾਡੀ ਰਚੀ ਹੋਈ ਹੈ। ਕਿੱਥੇ ਕੀ ਹੈ, ਕਿੱਥੇ ਕੀ ਆਉਣਾ ਹੈ, ਇਹ ਤੁਸੀਂ ਜਾਣਦੇ ਹੋ। ਕਿਰਪਾ ਕਰਕੇ ਮਹਾਰਾਜ ਜੀ ਸਾਨੂੰ ਵੀ ਦੱਸ ਦਿਓ। ਸੁਨ ਕਰ ਸ਼੍ਰੀ ਪ੍ਰਭ ਗਿਰਾ ਉਚਾਰੀ। ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਬੰਦਰ ਅਹੈ ਘਰਾਟ ਅਗਾਰੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਅੱਗੇ ਬੰਦਰ ਘਰਾਟ ਦਾ ਜਿਹੜਾ ਇਲਾਕਾ ਹੈ ਉਹ ਚੱਲ ਕੇ ਆਉਣ ਵਾਲਾ ਹੈ। ਤਿਹ ਤੇ ਲਾਹਰ ਬੰਦਰ ਆਵੈ। ਉਸ ਤੋਂ ਅੱਗੇ ਲਾਹਰ ਬੰਦਰਗਾਹ ਜਿਹੜੀ ਹੈ ਉਹ ਚੱਲ ਕੇ ਆਵੇਗੀ। ਬਹਰੋ ਆਪਣੋ ਦੇਸ਼ ਦਿਸਾਵੈ। ਫਿਰ ਉੱਥੋਂ ਅੱਗੇ ਆਪਣਾ ਦੇਸ਼ ਜਿਹੜਾ ਹੈ ਉਹ ਨਜ਼ਰ ਆਵੇਗਾ। ਕਿਤੀ ਦੂਰ ਪ੍ਰਭ ਸਦਨ ਹਮਾਰਾ। ਭਾਈ ਸਾਹਿਬ ਫਿਰ ਪੁੱਛਦੇ, ਮਹਾਰਾਜ ਜਿਹੜਾ ਆਪਣਾ ਘਰ ਹੈ ਤਲਵੰਡੀ ਉਹ ਕਿੰਨੀ ਕੁ ਦੂਰ ਹੋਵੇਗਾ ਉੱਥੋਂ। ਆਪਣਾ ਘਰ ਤਲਵੰਡੀ ਮਹਾਰਾਜ ਜੀ ਉਹ ਕਿੰਨੀ ਕੁ ਦੂਰ ਹੋਵੇਗਾ। ਗੁਰਦੇਵ ਇਸ ਵਕਤ ਜਿਹੜੇ ਇਲਾਕਿਆਂ 'ਚ ਵਿਚਰ ਰਹੇ ਨੇ, ਸਿੱਕਮ,
ਭੂਟਾਨ ਤੇ ਚੀਨ ਦਾ ਇਲਾਕਾ ਜਿੱਧਰ ਸਤਿਗੁਰੂ ਜੀ ਵਰਤ ਰਹੇ ਨੇ। ਪੁਰਾਣੇ ਨਾਂ ਕੁਝ ਏਦਾਂ ਦੇ ਸਨ। ਕਹਿਣ ਲੱਗੇ ਮਹਾਰਾਜ ਜੀ, ਭਾਈ ਮਰਦਾਨਾ ਜੀ, ਮਹਾਰਾਜ ਜੀ ਜਿਹੜਾ ਆਪਣਾ ਨਗਰ ਹੈ, ਘਰ ਹੈ, ਉਹ ਇੱਥੋਂ ਕਿੰਨੀ ਕੁ ਦੂਰ ਹੋਵੇਗਾ? ਮੁਝੈ ਪ੍ਰਮਾਨ ਬਤਾਵਹੁ ਸਾਰਾ। ਮਹਾਰਾਜ ਉਹਦਾ ਪ੍ਰਮਾਣ ਦੱਸੋ ਵੀ ਕਿੰਨੇ ਕੁ ਕੋਹ ਦਾ ਪੈਂਡਾ ਹੋਵੇਗਾ? 1000 ਕੋਹ, 2000 ਕੋਹ, ਕਿੰਨਾ ਕੁ ਕੋਹ ਹੋਵੇਗਾ? ਬਿਗਸਤ ਬੋਲੇ ਬਚਨ ਗੋਸਾਈ। ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਮੁਸਕਰਾ ਕੇ ਬੋਲੇ, ਕਹਿਣ ਲੱਗੇ, ਆਇਓ ਸਦਨ ਯਾਦ ਤੁਝ ਤਾਈ। ਮਰਦਾਨਿਆਂ ਘਰ ਯਾਦ ਆ ਗਿਆ? ਸਤਿਗੁਰੂ ਜੀ ਨਾਲ ਹੱਸਦਿਆਂ ਪੁੱਛਦੇ, ਮਰਦਾਨਿਆਂ ਘਰ ਦੀ ਯਾਦ ਆ ਗਈ ਆ? ਘਰ ਚੇਤੇ ਆ ਗਿਆ? ਭਈ ਲਾਲਸਾ ਮਿਲਨੇ ਕੇਰੀ। ਲੱਗਦਾ ਟੱਬਰ ਨੂੰ ਮਿਲਣ ਦੀ ਇੱਛਾ ਹੋ ਰਹੀ ਆ ਤੈਨੂੰ, ਤੇਰੇ ਮਨ 'ਚ ਪਰਿਵਾਰ ਨੂੰ ਮਿਲਣ ਦੀ ਤਾਂਘ ਪੈਦਾ ਹੋ ਰਹੀ ਆ, ਤਦੇ ਪੁੱਛਦਾ ਘਰ ਬਾਰੇ। ਦੇਹ ਪੁਚਾਏ ਤੁਝੈ ਬਿਨ ਦੇਰੀ। ਤੂੰ ਕੀ ਲੈਣਾ? ਕਿੰਨੇ ਕੋਹ ਹੈ? ਤੂੰ ਇਹਦੇ ਤੋਂ ਕੀ ਲੈਣਾ? ਤੂੰ ਦੱਸ, ਜੇ ਜਾਣਾ ਤੈਨੂੰ ਇੱਕ ਛਿਨਕ ਭਰ 'ਚ ਉੱਥੇ ਪਹੁੰਚਾ ਦਿੰਨੇ ਆ। ਮਹਾਰਾਜ ਜੀ ਕਹਿੰਦੇ ਵੀ ਤੈਨੂੰ ਤਾਂ ਪੁੱਛਣਾ ਹੋਵੇ ਜੇ ਤੂੰ ਜਾਣਾ ਪੈਦਲ ਟੁਰ ਕੇ। ਪਾਤਸ਼ਾਹ ਕਹਿੰਦੇ, ਜਾ ਦੱਸ, ਜੇ ਤੇਰੇ ਮਨ 'ਚ ਕਾਂਖ ਹੈ ਘਰਦਿਆਂ ਨੂੰ ਮਿਲਣ ਦੀ, ਤੇ ਅਸੀਂ ਇੱਕ ਛਿਨ ਵਿੱਚ ਤੈਨੂੰ ਉੱਥੇ ਪਹੁੰਚਾ ਦਿੰਨੇ ਆ। ਮਿਲਹੁ ਕੁਟੰਬ ਸੰਗ ਹਰ ਖਾਇਆ। ਔਰ ਖੁਸ਼ੀ ਨਾਲ ਜਾ ਕੇ ਆਪਣੇ ਕੁਟੰਬ ਨੂੰ, ਆਪਣੇ ਪਰਿਵਾਰ ਨੂੰ ਜਾ ਕੇ ਮਿਲ ਲਓ। ਦਿਨ ਬਿਨ ਬਹੁਤੋ ਕਾਲ ਬਿਤਾਇਆ। ਕਿਉਂਕਿ ਆਪਣੇ ਪਰਿਵਾਰ ਤੋਂ ਬਿਨਾਂ ਸਾਡੇ ਨਾਲ ਫਿਰਦਿਆਂ ਤੂੰ ਬਹੁਤ ਸਮਾਂ ਬਤੀਤ ਕਰ ਦਿੱਤਾ ਹੈ। ਤੈਨੂੰ ਕਈ ਵਰੇ ਹੋ ਗਏ ਨੇ ਸਾਡੇ ਨਾਲ ਫਿਰਦਿਆਂ ਵਿਚਰਦਿਆਂ। ਪ੍ਰਭ ਤੁਮ ਚਲਹੁ ਕੇ ਨਾਹੀ ਭਉਨੰ। ਭਾਈ ਮਰਦਾਨਾ ਜੀ ਅੱਗੋਂ ਪੁੱਛਦੇ, ਮਹਾਰਾਜ ਤੁਸੀਂ ਨਹੀਂ ਜਾਣਾ? ਮੈਨੂੰ ਤਾਂ ਪਹੁੰਚਾ ਦਿਓਗੇ। ਤੁਸੀਂ ਜਾਣਾ ਕਿ ਨਹੀਂ ਜਾਣਾ? ਮਹਾਰਾਜ ਜੀ ਤੁਸੀਂ ਵੀ ਦੱਸੋ ਆਪਣੇ ਬਾਰੇ। ਘਰ ਆਏ ਅਬ ਬਹੁਤਾ ਗੌਨੰ। ਮਹਾਰਾਜ ਜੀ ਥੋੜਾ ਫਿਰਿਆ, ਪਤਾ ਨਹੀਂ ਕਿੱਥੇ ਕਿੱਥੇ ਆਪ ਜੀ ਲੈ ਕੇ ਗਏ ਹੋ ਮਹਾਰਾਜ। ਨਾ ਆਕਾਸ਼ ਵਿੱਚ ਕੋਈ ਥਾਂ ਛੱਡੀ ਹੈ, ਨਾ ਸਮੁੰਦਰ ਵਿੱਚ ਕੋਈ ਥਾਂ ਛੱਡੀ ਹੈ, ਨਾ ਧਰਤੀ ਤੇ ਕੋਈ ਜਗ੍ਹਾ ਛੱਡੀ ਹੈ ਮਹਾਰਾਜ। ਨਾ ਆਪ ਜੀ ਨੇ ਸਾਨੂੰ ਫਿਰਾਇਆ ਹੈ। ਤੇ ਮਹਾਰਾਜ ਜੀ ਤੁਸੀਂ ਨਹੀਂ ਜਾਣਾ ਘਰ? ਤੁਸੀਂ ਨਹੀਂ ਜਾ ਕੇ ਮਿਲਣਾ ਮਾਤਾ ਪਿਤਾ ਹੋਣਾ ਨੂੰ? ਏਦਾਂ ਪੁੱਛਦੇ ਭਾਈ ਮਰਦਾਨਾ ਜੀ। ਮਾਤ ਪਿਤਾ ਸੁਤ ਆਦਿਕ ਸਾਰੇ। ਮਾਤਾ ਜੀ ਪਿਤਾ ਜੀ ਉਡੀਕਦੇ ਹੋਣਗੇ, ਫਿਰ ਆਪ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਮਹਾਰਾਜ ਜੀ ਆਪ ਜੀ ਦੇ ਲਖਤੇ ਜਿਗਰ ਨੇ, ਉਹ ਵੀ ਤਾਂ ਉਡੀਕਦੇ ਹੋਣੇ ਨੇ ਵੀ ਸਾਡੇ ਪਿਤਾ ਜੀ ਖਬਰੇ ਕਦੋਂ ਆਉਣਗੇ। ਉਹਨਾਂ ਦੇ ਮਨ ਵਿੱਚ ਵੀ ਤਾਂ ਤਾਂਘ ਹੋਵੇਗੀ ਤੁਹਾਡੇ ਦਰਸ਼ਨਾਂ ਦੀ। ਚਹਿਤ ਮਿਲਨ ਕੋ ਅਧਿਕ ਤਿਹਾਰੇ। ਉਹ ਵੀ ਤਾਂ ਤੁਹਾਨੂੰ ਮਿਲਣਾ ਚਾਹੁੰਦੇ ਹੋਣਗੇ। ਮਾਤਾ ਸੁਲੱਖਣੀ ਕਿਵੇਂ ਉਡੀਕਦੀ ਹੋਣੀ ਹੈ? ਮਾਤਾ ਜੀ ਕਿਵੇਂ ਉਡੀਕਦੇ ਹੋਣਗੇ ਕਿ ਮੇਰੇ ਸਿਰ ਦੇ ਸਾਈਂ ਕਦੋਂ ਆਉਣਗੇ? ਉਹ ਤਾਂ ਰੋਜ਼ ਬਹਿ ਕੇ ਬਨੇਰੇ ਤੋਂ ਕਾਂ ਉਡਾਉਂਦੇ ਹੋਣੇ ਆ, ਦੱਸਦੇ ਹੋਣੇ ਆ, ਉਹ ਉੱਡ ਵੇਖ ਮੇਰੇ ਸਾਹਿਬ ਆਉਂਦੇ ਆ। ਓਸੀਆਂ ਪਾ ਕੇ ਵੇਖਦੇ ਹੋਣੇ ਆ ਵੀ ਮੇਰੇ ਸਾਹਿਬ ਆਉਂਦੇ ਆ। ਉਹ ਤਾਂ ਰਾਹ ਤੇ ਖਲੋਤਿਆਂ ਉਡੀਕਦੇ ਹੋਣੇ ਆ। ਕੋਈ ਮਾਤਾ ਸੁਲੱਖਣੀ ਦੇ ਅੰਦਰ ਕਿੰਨੀ ਤਾਂਘ ਹੋਵੇਗੀ ਮਹਾਰਾਜ ਜੀ ਤੁਹਾਨੂੰ ਮਿਲਣ ਦੀ। ਤੁਹਾਡੇ ਸਾਹਿਬਜ਼ਾਦੇ, ਫਿਰ ਮਾਤਾ ਜੀ, ਮਾਤਾ ਤ੍ਰਿਪਤਾ ਜੀ, ਮਾਤਾ ਪਿਤਾ ਮਹਿਤਾ ਕਾਲੂ ਜੀ, ਉਹ ਸਾਰੇ ਉਡੀਕਦੇ ਹੋਣਗੇ। ਸ਼੍ਰੀ ਗੁਰ ਭਨੈ ਹਮ ਹੈ ਕਰਤਾਰਾ। ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆਂ ਸਾਡਾ ਆਪਣੇ ਤੇ ਕੋਈ ਵਸ ਨਹੀਂ, ਅਸੀਂ ਕਰਤਾਰ ਦੇ ਵਸ ਹਾਂ। ਸਾਡੀ ਜਿਹੜੀ ਡੋਰ ਹੈ ਉਹ ਕਰਤਾਰ ਦੇ ਹੱਥ ਹੈ। ਕਰਤਾਰ ਦਾ ਮਤਲਬ ਹੀ ਹੈ ਵੀ ਜਿਹਦੇ ਹੱਥ 'ਚ ਤਾਰ ਹੋਵੇ। ਤਾਰ ਦਾ ਮਤਲਬ ਡੋਰੀ, ਕਰ ਦਾ ਮਤਲਬ ਹੁੰਦਾ ਹੱਥ। ਜਿਹਦੇ ਹੱਥ ਵਿੱਚ ਸਾਡੀ ਡੋਰ ਹੈ ਉਹਨੂੰ ਕਹਿੰਦੇ ਨੇ ਕਰਤਾਰ। ਤਾਂ ਹੀ ਤਾਂ ਮਹਾਰਾਜ ਜੀ ਇਹ ਸ਼ਬਦ ਵਰਤਦੇ ਸੀ, ਜਿੱਥੇ ਜਾਣਾ ਕਹਿਣਾ ਸਤ ਕਰਤਾਰ, ਸਤ ਕਰਤਾਰ। ਜਿਹਦੇ ਹੱਥ ਵਿੱਚ ਸਾਡੀ ਡੋਰ ਹੈ ਉਹੀ ਸਤ ਹੈ। ਅਸੀਂ ਤਾਂ ਕਰਤਾਰ ਦੇ ਵਸ ਹਾਂ। ਲੈ ਜਾਵਹਿ ਜਬ ਜਾਹੇ ਅਗਾਰਾ। ਜਦੋਂ ਕਰਤਾਰ ਲੈ ਕੇ ਜਾਏਗਾ ਘਰ ਉਦੋਂ ਜਾਵਾਂਗੇ। ਜਦੋਂ ਤੱਕ ਕਰਤਾਰ ਨੇ ਸਾਨੂੰ ਲਿਜਾਣਾ ਨਹੀਂ ਅਸੀਂ ਕਿਵੇਂ ਜਾ ਸਕਦੇ ਹਾਂ? ਸਾਡੇ ਬਸ ਨਹੀਂ ਹੈ ਮਰਦਾਨਿਆਂ। ਜਦੋਂ ਕਰਤਾਰ ਲੈ ਕੇ ਜਾਵੇਗਾ ਘਰ ਉਦੋਂ ਜਾਵਾਂਗੇ। ਤੂੰ ਜੋ ਚਹਿਤ ਮੈਂ ਤੂਰਨ ਜਾਊਂ। ਹਾਂ ਜੇ ਤੂੰ ਚਾਹੁੰਦਾ
ਕਿ ਤੂੰ ਛੇਤੀ ਜਾਣਾ ਚਾਹੁੰਦਾ ਹੈ। ਜਾਹੋ ਸਦਨ ਖਿਨ ਮਹਿ ਪਹੁੰਚਾਊ। ਅਸੀਂ ਤੈਨੂੰ ਇੱਕ ਛਿਨ ਚ ਮਰਦਾਨਿਆਂ ਪਹੁੰਚਾ ਦਿੰਨੇ ਆ, ਤੂੰ ਪਹੁੰਚ ਜਾ, ਚਲਾ ਜਾ, ਜਾ ਕੇ ਪਰਿਵਾਰ ਨੂੰ ਮਿਲ ਲੈ। ਹੇ ਪ੍ਰਭੂ ਮੈਂ ਤੁਮ ਸੰਗ ਸੁਹੇਲਾ। ਭਾਈ ਮਰਦਾਨਾ ਜੀ ਦਾ ਨਿਸ਼ਚਾ ਵੇਖੋ, ਗੁਰੂ ਤੇ ਸ਼ਰਧਾ। ਹੱਥ ਜੋੜ ਕੇ ਕਹਿੰਦੇ, ਮਹਾਰਾਜ ਜੀ ਮੈਂ ਤੁਹਾਡੇ ਨਾਲ ਰਹਿ ਕੇ ਸੁਖੀ ਹਾਂ, ਤੁਹਾਡੀ ਸੰਗਤ ਕਰਕੇ ਮਹਾਰਾਜ ਜੀ ਮੈਂ ਸੁਖੀ ਹਾਂ। ਅਬ ਮੁਝ ਦੇਵਨ ਲਗੇ ਤਕੇਲਾ। ਤੇ ਮਹਾਰਾਜ ਜੀ ਹੁਣ ਤਾਂ ਹੀ ਆਪਣੇ ਨਾਲ ਰੱਖ ਕੇ ਤੇ ਹੁਣ ਮੈਨੂੰ ਧੱਕਾ ਮਾਰ ਦਿਓ, ਮੈਨੂੰ ਕੱਲੇ ਨੂੰ ਧੱਕਾ ਮਾਰ ਕੇ ਟੱਬਰ 'ਚ ਭੇਜ ਦਿਓ, ਫਿਰ ਮੋਹ 'ਚ ਫਸਾਉਂਦੇ ਹੋ। ਮਹਾਰਾਜ ਮੈਂ ਤੁਹਾਡੇ ਨਾਲ ਸੁਖੀ ਹਾਂ ਤੇ ਮਹਾਰਾਜ ਜੀ ਹੁਣ ਮੈਨੂੰ ਤੁਸੀਂ ਧੱਕਾ ਮਾਰਨ ਲੱਗੇ ਜੇ। ਪਾਤਸ਼ਾਹ ਸਰੀਰ ਦਾ ਸਮਾਂ ਜਿਹੜਾ ਨੇੜੇ ਆਉਂਦਾ, ਉਹ ਸਮਾਂ ਜਦੋਂ ਆਉਣਾ ਮੇਰੀ ਇੱਛਾ ਮੈਂ ਤੁਹਾਡੇ ਦਰਸ਼ਨ ਕਰਦਿਆਂ ਸਰੀਰ ਤਿਆਗਾਂ। ਤੇ ਮਹਾਰਾਜ ਹੁਣ ਤੁਸੀਂ ਮੈਨੂੰ ਧੱਕਾ ਮਾਰ ਕੇ ਭੇਜਣਾ ਚਾਹੁੰਦੇ ਹੋ। ਤੁਮ ਬਿਨ ਕੈਸੇ ਜਾਓ ਨਾ ਸਦਨੰ। ਮਹਾਰਾਜ ਕੁਝ ਹੋ ਜਾਏ ਜਾਵਾਂਗਾ ਤੇ ਤੁਹਾਡੇ ਨਾਲ ਹੀ ਜਾਵਾਂਗਾ ਤਲਵੰਡੀ, ਨਹੀਂ ਤਾਂ ਮੈਂ ਘਰ ਨਹੀਂ ਜਾਣਾ ਕੱਲਿਆਂ। ਮੈਨੂੰ ਏਦਾਂ ਧੱਕਾ ਨਾ ਮਾਰੋ ਮੇਰੇ ਸਾਹਿਬ, ਮੈਂ ਜਿਹੋ ਜਿਹਾ ਵੀ ਹਾਂ ਬੁਰਾ ਭਲਾ ਤੁਹਾਡੇ ਚਰਨਾਂ ਦਾ ਸੇਵਕ ਹਾਂ, ਗਰੀਬ ਨਵਾਜ। ਮਹਾਰਾਜ ਏਦਾਂ ਨਾ ਧੱਕਿਓ, ਆਪਣੇ ਚਰਨਾਂ ਦਾ ਸੁੱਖ ਬਖਸ਼ਿਓ ਗਰੀਬ ਨਵਾਜ। ਜਦੋਂ ਤੁਸੀਂ ਜਾਓਗੇ ਤਲਵੰਡੀ ਤੁਹਾਡੇ ਨਾਲ ਹੀ ਜਾਵਾਂਗਾ। ਰਹੋ ਪ੍ਰਸੰਨ ਬਿਲੋਕਤ ਬਦਨੰ। ਮਹਾਰਾਜ ਤੁਹਾਡਾ ਚਿਹਰਾ ਵੇਖ ਕੇ, ਤੁਹਾਡਾ ਸਵਰੂਪ ਵੇਖ ਕੇ, ਤੁਹਾਡੇ ਦਰਸ਼ਨ ਕਰਕੇ ਮੈਂ ਆਨੰਦ 'ਚ ਰਹਿੰਦਾ ਹਾਂ। ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਮਹਾਰਾਜ ਜੀ ਤੁਹਾਡੇ ਸੋਹਣੇ ਸਰੂਪ ਦੇ ਦਰਸ਼ਨ ਕਰਦਾ ਹਾਂ। ਹਮ ਨਾ ਤਕੇਲਾ ਕੈਸੇ ਦੇਈ। ਮਹਾਰਾਜ ਜੀ ਕਹਿੰਦੇ ਮਰਦਾਨਿਆ ਅਸੀਂ ਤਾਂ ਨਹੀਂ ਧੱਕਦੇ ਤੈਨੂੰ। ਪਾਤਸ਼ਾਹ ਅੱਗੋਂ ਬੋਲੇ, ਮਹਾਰਾਜ ਕਹਿੰਦੇ ਅਸੀਂ ਨਹੀਂ ਤੈਨੂੰ ਧੱਕਦੇ ਮਰਦਾਨਿਆ, ਤੇਰੀ ਬਾਹ ਫੜੀ ਐ, ਲੋਕ ਪਰਲੋਕ ਦੋਹਾਂ ਜਹਾਨਾਂ 'ਚ ਫੜ ਕੇ ਰੱਖਾਂਗੇ, ਨਹੀਂ ਤਿਆਗਾਂਗੇ। ਅਸੀਂ ਤੈਨੂੰ ਧੱਕਾ ਨਹੀਂ ਦਿੱਤਾ। ਧਾਮ ਆਪ ਤੈਂ ਯਾਦ ਕਰੇਈ। ਤੂੰ ਆਪ ਹੀ ਘਰ ਚੇਤੇ ਕਰਦਾ, ਆਪ ਹੀ ਸਾਨੂੰ ਪੁੱਛਦਾ ਮਹਾਰਾਜ ਘਰ ਕਿੰਨਾ ਕੁ ਦੂਰ ਹੋਣਾ। ਅਸੀਂ ਤਾਂ ਨਹੀਂ ਤੈਨੂੰ ਧੱਕਿਆ, ਤੂੰ ਆਪ ਹੀ ਘਰ ਬਾਰੇ ਪੁੱਛਦਾ, ਆਪਣੇ ਘਰ ਦੀ ਜਾਣਕਾਰੀ ਲੈਂਦਾ ਹੈ। ਜਾਂ ਤੇ ਤੁਝੈ ਪੁਚਾਵਨ ਹੇਤਾ। ਇਸ ਕਰਕੇ ਅਸੀਂ ਤੈਨੂੰ ਕਹਿ ਦਿੱਤਾ ਵੀ ਤੈਨੂੰ ਅਸੀਂ ਪਹੁੰਚਾ ਦਿੰਨੇ ਆ ਜੇ ਤੂੰ ਘਰ ਜਾਣਾ ਹੈ। ਹਮ ਨਾ ਭਾਖਿਓ ਜਾਹੋ ਨਿਕੇਤਾ। ਅਸੀਂ ਤਾਂ ਨਹੀਂ ਆਖਿਆ ਤੈਨੂੰ ਘਰ ਜਾ, ਤੂੰ ਹੀ ਘਰ ਬਾਰੇ ਪੁੱਛਿਆ ਹੈ। ਤੋਹਰਾ ਹਉ ਤੋ ਸੁਭਾਇਕ ਬੂਝਿਓ, ਯਾਦ ਨ ਕੀਨੋ ਧਾਮ। ਮਹਾਰਾਜ ਜੀ ਮੈਨੂੰ ਟੱਬਰ ਨਹੀਂ ਚੇਤੇ ਆਇਆ, ਮਰਦਾਨਾ ਬੋਲਿਆ। ਮਹਾਰਾਜ ਮੈਂ ਤਾਂ ਉਦਾਂ ਸੁਭਾਵਕ ਪੁੱਛ ਲਿਆ ਵੀ ਇੱਥੋਂ ਆਪਣਾ ਘਰ ਦੂਰ ਕਿੰਨੀ ਕੁ ਹੋਣਾ। ਘਰ ਨਹੀਂ ਮਹਾਰਾਜ ਜੀ ਮੈਂ ਚੇਤੇ ਕੀਤਾ, ਇਸ ਕਰਕੇ ਨਹੀਂ ਸੀ ਪੁੱਛਿਆ ਵੀ ਮੈਂ ਜਾਣਾ। ਮੈਂ ਤਾਂ ਜਿਵੇਂ ਸੁਭਾਵਕ ਗੱਲਬਾਤ ਕਰਦਿਆਂ ਪੁੱਛ ਲਿਆ ਕਿ ਮਹਾਰਾਜ ਆਪਣਾ ਘਰ, ਆਪਣਾ ਨਗਰ ਤਲਵੰਡੀ ਇੱਥੋਂ ਕਿੰਨੀ ਕੁ ਦੂਰ ਹੋਵੇਗਾ। ਮੋਹ ਟੂਟ ਮੋਰਾ ਗਇਓ, ਸ਼੍ਰੀ ਪ੍ਰਭ ਤੋ ਪਦ ਸ਼ਾਮ। ਮਹਾਰਾਜ ਜਦੋਂ ਦਾ ਤੁਹਾਡੇ ਚਰਨਾਂ ਦੀ ਸ਼ਰਨ ਚ ਆਇਆ ਹਾਂ ਉਦੋਂ ਦਾ ਮੇਰਾ ਮੋਹ ਟੁੱਟ ਗਿਆ ਪਰਿਵਾਰ ਨਾਲੋਂ, ਘਰ ਨਾਲੋਂ। ਉਦੋਂ ਦਾ ਮੈਨੂੰ ਕੋਈ ਮੋਹ ਨਹੀਂ ਰਿਹਾ, ਮੇਰੇ ਹਿਰਦੇ 'ਚ ਕੋਈ ਮਮਤਾ ਨਹੀਂ ਰਹੀ ਮਹਾਰਾਜ, ਜਦੋਂ ਦਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਚੌਪਈ ਜਿਤ ਕੋ ਰਾਵਰ ਚਲਹੁ ਅਗਾਰੀ। ਮਹਾਰਾਜ ਜੀ ਜਿੱਧਰ ਤੁਸੀਂ ਅੱਗੇ ਲੱਗ ਕੇ ਚੱਲੋਗੇ ਤਿਸ ਹੀ ਦਿਸ਼ ਮੈਂ ਜਾਉ ਪਿਛਾਰੀ। ਮਹਾਰਾਜ ਉਸੇ ਪਾਸੇ ਤੁਹਾਡੇ ਪਿੱਛੇ ਪਿੱਛੇ ਮੈਂ ਟੁਰ ਕੇ ਚੱਲਾਂਗਾ। ਅਬ ਨਹਿ ਛੋਡੋ ਸੰਗ ਤੁਮਾਰਾ। ਮਹਾਰਾਜ ਜੀ ਮੈਂ ਹੁਣ ਤੁਹਾਡਾ ਸੰਗ ਨਹੀਂ ਛੱਡਾਂਗਾ, ਕਤਈ ਤੁਹਾਡਾ ਸੰਗ ਨਹੀਂ ਤਿਆਗਾਂਗਾ। ਤੁਮ ਕਰੁਣਾ ਤੇ ਸਰਬ ਨਿਹਾਰਾ। ਤੁਹਾਡੀ ਕਿਰਪਾ ਨਾਲ ਇਤਨੀਆਂ ਧਰਤੀਆਂ ਵੇਖੀਆਂ, ਇਤਨੇ ਮਹਾਂਪੁਰਸ਼ ਵੇਖੇ ਐ, ਕਿੰਨੇ ਕਿੰਨੇ ਰਿਸ਼ੀ ਮੁਨੀ ਤਪਸਵੀਆਂ ਦੇ ਤੁਹਾਡੀ ਕਿਰਪਾ ਨਾਲ ਦਰਸ਼ਨ ਕੀਤੇ ਹਨ। ਸੁਨੇ ਖੰਡ ਨੌ ਜੰਬੂ ਦੀਪਾ। ਮਹਾਰਾਜ ਜੀ ਹੁਣ ਮੈਂ ਸੁਣਿਆ ਵੀ 9 ਖੰਡ ਵੀ ਨੇ, ਤੁਸੀਂ ਦੀਪ ਵਿਖਾ ਦਿੱਤੇ ਐ। ਮਹਾਰਾਜ ਜੀ ਮੈਂ 9 ਖੰਡਾਂ ਬਾਰੇ ਸੁਣਿਆ ਕਿ ਧਰਤੀ 9 ਖੰਡ ਹੈ। ਸੋ ਦਿਖਾਓ ਬੇਦੀ ਕੁਲ ਟੀਕਾ। ਇਹ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਾਹਿਬ ਮੈਨੂੰ ਹੁਣ 9 ਖੰਡ ਹੀ ਵਿਖਾ ਦਿਓ। ਜਿਹੜੀ ਧਰਤੀ 9 ਖੰਡ ਦੱਸੀ ਜਾਂਦੀ ਹੈ
ਉਹ ਵੀ ਆਪ ਜੀ ਕਿਰਪਾ ਕਰਕੇ ਵਿਖਾ ਦਿਓ। ਤਿਨ ਹੈ ਬਿਲੋਕਨ ਕੀ ਅਭਿਲਾਖਾ। ਹੁਣ 9 ਖੰਡ ਵੇਖਣ ਦੀ ਅਭਿਲਾਖਾ ਹੈ। ਤੁਮ ਸਮਰੱਥ ਪੂਰਹੁ ਸਭ ਕਾਂਖਾ। ਮਹਾਰਾਜ ਜੀ ਤੁਸੀਂ ਸਮਰੱਥ ਹੋ, ਤੁਸੀਂ ਆਪਣਿਆਂ ਸੇਵਕਾਂ ਦੀਆਂ ਕਾਂਖਾਵਾਂ ਇੱਛਾਵਾਂ ਪੂਰਨ ਕਰਦੇ ਹੋ। ਸੁਨਿਓ ਸ਼੍ਰੀ ਗੁਰ ਬੈਨ ਅਲਾਇਓ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਸੁਣੇ ਭਾਈ ਮਰਦਾਨੇ ਦੇ ਤੇ ਸੁਣ ਕੇ ਬੋਲੇ, ਕਹਿਓ ਨਾ ਤੋਰੋ ਜਾਤ ਹਟਾਇਓ। ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਤੁਹਾਡਾ ਕਿਹਾ ਨਹੀਂ ਸਾਡੇ ਕੋਲੋਂ ਮੋੜ ਹੁੰਦਾ, ਤੁਸੀਂ ਜੋ ਆਖਦੇ ਹੋ ਸਾਨੂੰ ਪ੍ਰਵਾਨ ਹੈ। ਚੱਲ ਨਵਖੰਡ ਜੇ ਤੁਝੇ ਦਿਖਾਵੇ। ਚੱਲ ਮਰਦਾਨਿਆ ਫਿਰ ਤੈਨੂੰ 9 ਖੰਡ ਵਿਖਾਈਏ, ਤੈਨੂੰ 9 ਖੰਡ ਧਰਤੀ ਦੀ ਸੈਰ ਕਰਾਈਏ। ਕਰਹੁ ਸੈਲ ਜੇ ਤੀ ਮਨ ਭਾਵੈ। ਜਿੰਨੀ ਤੇਰੇ ਮਨ ਨੂੰ ਭਾਉਂਦੀ ਆ ਓਨੀ ਸੈਲ ਕਰ। 9 ਖੰਡ ਹੁਣ ਤੈਨੂੰ ਅਸੀਂ ਵਿਖਾਵਾਂਗੇ। ਅਸ ਕਹਿ ਗਮਨ ਕੀਓ ਜਗਨਾਥ। ਏਦਾਂ ਕਹਿ ਕੇ ਜਗਤ ਦੇ ਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਪਏ। ਮੁਝ ਮਰਦਾਨੇ ਕੋਲੇ ਸਾਥਾ। ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੋਨਾਂ ਨੂੰ ਸਾਹਿਬ ਨੇ ਆਪਣੇ ਨਾਲ ਲੈ ਲਿਆ। ਖੰਡ ਇਲਾ ਬ੍ਰਤ ਜੇ ਕੋ ਨਾਮੂ। ਚੱਲ ਕੇ ਗਰੀਬ ਨਵਾਜ ਪਾਤਸ਼ਾਹ ਜੀ ਇਲਾ ਬ੍ਰਿਤ ਨਾਮ ਦਾ ਜਿਹੜਾ ਖੰਡ ਹੈ, ਸਭ ਤੋਂ ਪਹਿਲਾਂ ਇਸ ਖੰਡ ਤੇ ਚੱਲ ਕੇ ਆਏ ਨੇ। ਇਲਾ ਬ੍ਰਿਤ ਇਸ ਖੰਡ ਦਾ ਨਾਮ ਹੈ। ਤੇ ਮੈਂ ਤੋਰਨਗੇ ਸੁਖ ਧਾਮੂ। ਖਾਲਸਾ ਜੀ ਜਿਹੜੇ 9 ਖੰਡ ਨੇ ਨਾ, ਪੁਰਾਣਾਂ ਦੇ ਮਤ ਦੇ ਅਨੁਸਾਰ ਪੁਰਾਣਕ ਨਾਮ ਜਿਹੜੇ ਨੇ ਉਹਨਾਂ ਦੇ ਇਸ ਤਰੀਕੇ ਨਾਲ ਆਉਂਦੇ ਨੇ। ਕੁਰੂ ਖੰਡ, ਹੁਰੂ ਖੰਡ, ਇਲਾ ਬ੍ਰਿਤ ਖੰਡ, ਅੱਗੇ ਉਹਨਾਂ ਸਾਰੇ ਖੰਡਾਂ ਦਾ ਵੇਰਵਾ ਆ ਰਿਹਾ ਹੈ। ਤੋ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਹਿਲੋਂ ਇਲਾ ਬ੍ਰਿਤ ਖੰਡ ਤੇ ਚੱਲ ਕੇ ਆਏ ਨੇ, ਜਿਹਨੂੰ ਨੇਪਾਲ ਦਾ ਇਲਾਕਾ ਕਹਿੰਦੇ ਹਨ। ਕੋਟਿਕ ਸ਼ੇਰ ਹੂ ਤੋ ਇੱਕ ਥਾਈ। ਨੇਪਾਲ ਵਿੱਚ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਨੇ, ਕਾਠਮੰਡੂ ਆਦਿਕ ਬਹੁਤ ਥਾਵਾਂ ਦੇ ਉੱਤੇ। ਉੱਥੇ ਉਦਾਸੀ ਮਹਾਂਪੁਰਸ਼ਾਂ ਨੇ ਜਾ ਕੇ ਬੜਾ ਪ੍ਰਚਾਰ ਕੀਤਾ। ਰਸ਼ੀਆ ਤੱਕ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਹੈ। ਬਹੁਤ ਥਾਵਾਂ ਤੇ ਚਰਨ ਪਾ ਕੇ ਜਿੱਥੇ ਜਿੱਥੇ ਅੱਜ ਵੀ ਅਸੀਂ ਨਹੀਂ ਪਹੁੰਚ ਸਕੇ, ਪੁਰਾਤਨ ਸਮਿਆਂ 'ਚ ਉਦਾਸੀਨ ਸੰਪਰਦਾ ਦੇ ਮਹਾਂਪੁਰਸ਼ ਪੈਦਲ ਚੱਲ ਕੇ ਉਹਨਾਂ ਥਾਵਾਂ ਤੇ ਗਏ। ਉਹਨਾਂ ਸਥਾਨਾਂ ਦੀ ਭਾਲ ਕਰਕੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਉੱਥੇ ਮਹਾਰਾਜ ਜੀ ਦੇ ਅਸਥਾਨ ਕਾਇਮ ਕੀਤੇ, ਧਰਮਸ਼ਾਲਾਵਾਂ ਬਣਾਈਆਂ, ਪ੍ਰਚਾਰ ਦੇ ਕੇਂਦਰ ਸਥਾਪਿਤ ਕੀਤੇ। ਹੁਣ ਵੀ ਇੱਧਰ ਕਾਠਮੰਡੂ ਦੇ ਇਲਾਕੇ ਵਿੱਚ, ਨੇਪਾਲ ਦੇ ਇਲਾਕੇ 'ਚ ਮਹਾਰਾਜ ਜੀ ਦੇ ਸਥਾਨਾਂ ਦੀਆਂ ਸੇਵਾਵਾਂ ਜ਼ਿਆਦਾ ਉਦਾਸੀ ਸੰਪਰਦਾ ਦੇ ਮਹਾਂਪੁਰਸ਼ਾਂ ਪਾਸ ਹੀ ਹਨ। ਤੋ ਚੱਲ ਕੇ ਸਤਿਗੁਰੂ ਜੀ ਇਲਾ ਬ੍ਰਿਤ ਖੰਡ ਤੇ ਪਹੁੰਚੇ ਹਨ। ਜਾਏ ਤਹਾਂ ਬੈਠੇ ਗੋਸਾਈ। ਇੱਕ ਜਗ੍ਹਾ ਵੇਖ ਕੇ ਜਗਤ ਦੇ ਗੁਸਾਈ ਸਤਿਗੁਰੂ ਜੀ ਮਹਾਰਾਜ ਜੀ ਜਾ ਕੇ ਬੈਠੇ ਹਨ। ਮਰਦਾਨੇ ਤੇ ਸ਼ਬਦ ਪੜਾਇਓ। ਮਹਾਰਾਜ ਜੀ ਕਹਿੰਦੇ ਮਰਦਾਨੇ ਅੱਜ ਕੀਰਤਨ ਤੈਂ ਕਰ। ਅੱਗੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ, ਸਤਿਗੁਰੂ ਜੀ ਕੀਰਤਨ ਕਰਦੇ ਸੀ। ਅੱਜ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਸ਼ਬਦ ਤੁਸੀਂ ਪੜੋ, ਨਾਲ ਰਬਾਬ ਵੀ ਤੁਸੀਂ ਵਜਾਓ। ਭਾਈ ਮਰਦਾਨਾ ਜੀ ਨੇ 7 ਬਚਨ ਕਿਹਾ ਔਰ ਬਹਿ ਕੇ ਬੜੀ ਸੁਰ 'ਚ ਰਬਾਬ ਵਜਾਈ ਔਰ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦਾ ਕੀਰਤਨ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗਾਇਨ ਕੀਤਾ। ਉੱਚੇ ਸੁਰ ਸੋ ਰਾਗ ਗਵਾਇਓ। ਉੱਚੀ ਸੁਰ ਵਿੱਚ ਤਾਨ ਲਾ ਕੇ, ਪੂਰੀ ਹੇਕ ਲਾ ਕੇ, ਛਾਤੀ ਦਾ ਜ਼ੋਰ ਢਾਹ ਕੇ ਭਾਈ ਮਰਦਾਨਾ ਜੀ ਨੇ ਰਾਗਾਂ ਦੇ ਵਿੱਚ ਕੀਰਤਨ ਗਾਇਨ ਕੀਤਾ। ਸੁਣਿਓ ਸ਼ਬਦ ਸੋ ਸਿੰਘਨ ਜਬ ਹੀ। ਇਹ ਇਲਾ ਬਿਰਤ ਜਿੱਥੇ ਸਤਿਗੁਰੂ ਜੀ ਆਏ ਨੇ, ਇਹ ਜੰਗਲ ਦਾ ਇਲਾਕਾ ਸੀ ਜਿੱਥੇ ਆਏ ਨੇ। ਉੱਥੇ ਇਨਸਾਨ ਨਹੀਂ ਰਹਿੰਦੇ, ਨਗਰ ਵਿੱਚ ਨਹੀਂ ਸੀ ਗਏ, ਜੰਗਲ 'ਚ ਆਏ ਨੇ। ਜਦੋਂ ਭਾਈ ਸਾਹਿਬ ਨੇ ਕੀਰਤਨ ਕੀਤਾ ਤੇ ਜੰਗਲ 'ਚ ਸ਼ੇਰ ਬੜੇ ਰਹਿੰਦੇ ਸੀ। ਇਸ ਜੰਗਲ 'ਚ ਅਣਗਿਣਤ ਹੀ ਸ਼ੇਰ ਸੀ। ਉਹਨਾਂ ਸ਼ੇਰਾਂ ਨੇ ਜਦੋਂ ਕੀਰਤਨ ਸੁਣਿਆ, ਔਰ ਨਿਰਮਲ ਤਿਨ ਕੇ ਭੇ ਤਬ ਹੀ। ਗੁਰਬਾਣੀ ਦੇ ਕੀਰਤਨ ਦਾ ਅਸਰ ਉਹਨਾਂ ਸ਼ੇਰਾਂ ਦੇ ਮਨਾਂ ਤੇ ਵੀ ਹੋਇਆ। ਉਹਨਾਂ ਦੇ ਮਨ ਨਿਰਮਲ ਹੋ ਗਏ। ਜਾਂ ਇਦਾਂ ਕਹਿ ਲਈਏ ਵੀ ਕੋਈ ਕਰਮ ਉਹਨਾਂ ਦੇ ਜਾਗਣੇ ਸੀ ਪੂਰਬਲੇ ਜਨਮਾਂ ਦੇ, ਮਾੜੇ ਕਰਮਾਂ ਕਰਕੇ ਉਹਨਾਂ ਨੂੰ ਸ਼ੇਰ ਦੀਆਂ ਜੂਨੀਆਂ ਮਿਲੀਆਂ ਤੇ ਅਨੇਕਾਂ ਹੀ ਸ਼ੇਰ ਸੀ, 1-2 ਨਹੀਂ, ਅਨੇਕਾਂ ਹੀ ਸੀ। ਕੀਰਤਨ ਜਦੋਂ ਉਹਨਾਂ ਦੇ ਕੰਨਾਂ ਵਿੱਚ ਪਿਆ,
ਗੁਰਬਾਣੀ ਦਾ, ਤਾਂ ਉਹਨਾਂ ਦੇ ਮਨ ਸ਼ੁੱਧ ਹੋ ਗਏ। ਮਿਲ ਸਭ ਆਏ ਸੀਸ ਝੁਕਾਇਓ। ਉਹ ਜਿੰਨੇ ਸ਼ੇਰ ਸੀ ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆ ਪਹੁੰਚੇ। ਸਭ ਨੇ ਸੀਸ ਝੁਕਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ। ਵੈਸੇ ਜਬ ਗੁਰ ਬਚਨ ਅਲਾਇਓ। ਜਦੋਂ ਉਹ ਸ਼ੇਰ ਆ ਕੇ ਮਹਾਰਾਜ ਜੀ ਦੇ ਕੋਲ ਮੱਥਾ ਟੇਕ ਕੇ ਬਹਿ ਗਏ ਨਾ ਆਲੇ ਦੁਆਲੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕੋ ਤੁਮ ਹੋ ਕਿਉਂ ਕਰ ਚੱਲ ਆਏ। ਹਾਂ ਭਾਈ, ਕੌਣ ਹੋ ਤੁਸੀਂ, ਕਿਵੇਂ ਚੱਲ ਕੇ ਆਏ ਹੋ ਇੱਥੇ? ਤੇ ਹੋਇਆ ਆਪਣੋ ਨਾਮ ਬਤਾਏ। ਦੱਸੋ ਤੁਸੀਂ ਇਸ ਜੂਨ ਚ ਕਿਵੇਂ ਭਟਕ ਰਹੇ ਹੋ? ਬੋਲਣ ਸ਼ਕਤ ਦਰਸ ਤੇ ਹੋਈ। ਸਤਿਗੁਰੂ ਜੀ ਦੇ ਦਰਸ਼ਨ ਪਰਸ ਕੇ ਉਹਨਾਂ ਸ਼ੇਰਾਂ ਦੇ ਵਿੱਚ ਵੀ ਬੋਲਣੇ ਦੀ ਸ਼ਕਤੀ ਉਤਪੰਨ ਹੋ ਗਈ। ਉਹ ਮਨੁੱਖੀ ਭਾਸ਼ਾ ਵਿੱਚ ਬੋਲ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗੇ, ਬੋਲੇ ਹੱਥ ਬੰਦ ਕਰ ਦੋਈ। ਮਹਾਰਾਜ ਜੀ ਨੂੰ ਨਮਸਕਾਰ ਕਰਦਿਆਂ ਸੀਸ ਝੁਕਾ ਕੇ ਬੋਲੇ, ਅਹੈ ਤਾਮਸੀ ਜੂਨ ਹਮਾਰੀ। ਮਹਾਰਾਜ ਜੀ ਸਾਡੀ ਤਾਮਸੀ ਜੂਨ ਹੈ, ਤਮੋਗੁਣੀ ਬਿਰਤੀ, ਮਾਰ ਪਾੜ ਖਾਣ ਦੀ ਬਿਰਤੀ। ਇਹ ਸਾਡੀ ਤਮੋਗੁਣੀ ਬਿਰਤੀ ਹੁੰਦੀ ਹੈ ਨਾ, ਮਾਰ ਫਾੜ ਕਰਕੇ ਖਾਣਾ, ਹਿੰਸਕ ਬਣਨਾ, ਇਹ ਤਾਮਸੀ ਬਿਰਤੀ ਹੈ। ਮਹਾਰਾਜ ਅਸੀਂ ਤਮੋਗੁਣੀ ਜੀਵ ਹਾਂ, ਸਾਡੀ ਤਾਮਸੀ ਬਿਰਤੀ ਹੈ। ਪਾਈ ਕਰੇ ਜੋ ਪਾਪ ਪਿਛਾਰੀ। ਇਹ ਤਾਮਸੀ ਬਿਰਤੀ, ਤਾਮੋਗੁਣੇ ਜੂਨ ਸਾਨੂੰ ਤਾਂ ਮਿਲੀ ਹੈ ਕਿਉਂਕਿ ਅਸੀਂ ਪੂਰਬਲੇ ਜਨਮ 'ਚ ਕੋਈ ਪਾਪ ਕੀਤੇ ਹੈ, ਮਾੜੇ ਭੈੜੇ ਕੰਮ ਕੀਤੇ ਹੈ, ਬੰਦਿਆਂ ਦੀਆਂ ਜੂਨਾਂ ਵਿੱਚ ਪੈ ਕੇ ਕੰਮ ਜਾਨਵਰਾਂ ਵਾਲੇ ਕਰਦੇ ਰਹੇ ਹਾਂ, ਲੋਕਾਂ ਨੂੰ ਚੀਰ ਫਾੜ ਖਾਣ ਦੀ ਬਿਰਤੀ। ਇਸ ਕਰਕੇ ਮਹਾਰਾਜ ਉਹਨਾਂ ਪਾਪਾਂ ਦਾ ਫਲ ਮਿਲਿਆ ਸਾਨੂੰ ਕਿ ਅਸੀਂ ਇਸ ਤਮੋਗੁਣੀ ਜੀਵ ਦੀ ਜੂਨ ਦੇ ਵਿੱਚ ਭਟਕ ਰਹੇ ਹਾਂ। ਤੁਮਰੀ ਸ਼ਰਨ ਭਰੇ ਤੇ ਅਬ ਹੀ। ਮਹਾਰਾਜ ਆਪ ਜੀ ਦੀ ਬਾਣੀ ਦਾ ਕੀਰਤਨ ਸੁਣ ਕੇ ਸਾਨੂੰ ਸੋਝੀ ਹੋਈ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਪਾਤਸ਼ਾਹ ਨੇ ਕੱਲੇ ਮਨੁੱਖ ਹੀ ਨਹੀਂ ਤਾਰੇ, ਗੁਰਦੇਵ ਨੇ ਜਿਨ੍ਹਾਂ ਜਾਨਵਰਾਂ ਤੇ ਕਿਰਪਾ ਕੀਤੀ ਉਹ ਪਸ਼ੂ ਵੀ ਤਾਰ ਦਿੱਤੇ। ਤਾਰਨਹਾਰ ਨੇ ਸੁਆਮੀ। ਕਹਿਣ ਲੱਗੇ ਮਹਾਰਾਜ ਅਸੀਂ ਸਭ ਤੁਹਾਡੀ ਸ਼ਰਨ 'ਚ ਚੱਲ ਕੇ ਆਏ ਹਾਂ। ਸੋ ਕਲ ਮਲ ਨਾ ਸਹਿੰਗੇ ਸਭ ਹੀ। ਸਾਨੂੰ ਭਰੋਸਾ ਹੈ ਕਿ ਤੁਹਾਡੀ ਸ਼ਰਨ 'ਚ ਪੈ ਕੇ ਸਾਡੇ ਸਾਰੇ ਪਾਪ ਨਸ਼ਟ ਭ੍ਰਸ਼ਟ ਹੋਣਗੇ। ਹਿਤ ਬੂਜਨ ਗੁਰ ਗਿਰਾ ਉਚਾਰੀ। ਸਤਿਗੁਰੂ ਜੀ ਫਿਰ ਇਹਨਾਂ ਨੂੰ ਪੁੱਛਣ ਵਾਸਤੇ ਬੋਲੇ, ਕਹਿਣ ਲੱਗੇ ਕਿਉਂ ਕਰ ਹੋਵਤ ਗੁਜਰ ਤੁਮਾਰੀ। ਮਹਾਰਾਜ ਜੀ ਕਹਿੰਦੇ ਇੱਥੇ ਗੁਜ਼ਾਰਾ ਕਿਵੇਂ ਕਰਦੇ ਹੋ ਭਾਈ, ਤੁਸੀਂ ਕੀ ਖਾਂਦੇ ਜੇ ਇੱਥੇ ਰਹਿ ਕੇ ਜੰਗਲ 'ਚ, ਕਿਵੇਂ ਗੁਜ਼ਾਰਾ ਕਰਦੇ ਹੋ ਇੱਥੇ? ਸੁਨੋ ਸੰਤ ਬਿਰਤੰਤ ਹਮਾਰਾ। ਕਹਿਣ ਲੱਗੇ ਮਹਾਰਾਜ ਜੀ ਸੁਣੋ ਸਾਡਾ ਬਿਰਤਾਂਤ, ਸਾਡੀ ਹਾਲਤ ਕੀ ਹੈ। ਬਹੁਤ ਦਿਨ ਬੀਤਹਿ ਬਿਨਾ ਆਹਾਰਾ। ਮਹਾਰਾਜ ਜੀ ਕਈ ਦਿਨ ਬੀਤ ਜਾਂਦੇ ਨੇ ਸਾਨੂੰ ਕੁਝ ਖਾਧੇ ਬਿਨਾ, ਭੋਜਨ ਨਹੀਂ ਮਿਲਦਾ ਸਾਨੂੰ ਖਾਣ ਨੂੰ, ਕਈ ਦਿਨ ਬੀਤ ਜਾਂਦੇ ਹਨ। 100 ਜੋਜਨ ਇਸ ਬਨ ਕੇ ਮਾਹੀ। ਇਹ ਜੰਗਲ ਦਾ ਵਿਸਥਾਰ 100 ਜੋਜਨ ਤੱਕ ਹੈ ਚਾਰੇ ਪਾਸੇ। 100 ਜੋਜਨ ਜੰਗਲ ਦੇ ਵਿਸਥਾਰ ਵਿੱਚ ਜਿੰਨੇ ਜੀਵ ਹਨ, ਖਾਏ ਪਸ਼ੂ ਰਹਿਓ ਅਬ ਨਾਹੀ। ਅਸੀਂ ਸਾਰੇ ਪਸ਼ੂ ਖਾ ਲਏ ਨੇ, ਪੰਛੀ ਤੱਕ ਵੀ ਮਹਾਰਾਜ ਜੀ ਨਹੀਂ ਰਹਿਣ ਦਿੱਤੇ। 100 ਜੋਜਨ ਜੰਗਲ ਦੇ ਸਾਰੇ ਜਾਨਵਰ ਅਸੀਂ ਖਾ ਲਏ ਨੇ। ਅਬ ਹਮ ਬੀਚ ਜੋਨ ਉਗਲਾਵੇ। ਹੁਣ ਕੁਝ ਖਾਣ ਨੂੰ ਬਚਿਆ ਹੀ ਨਹੀਂ, ਹੁਣ ਅਸੀਂ ਕੀ ਖਾਣੇ ਆ? ਮਹਾਰਾਜ ਅਸੀਂ ਜਿੰਨੇ ਬੈਠੇ ਆ, ਜਿਹੜੇ ਕਿਸੇ ਨੂੰ ਨੀਂਦ ਆ ਜੇ ਸਾਡੇ ਵਿੱਚੋਂ, ਜਿਹਨੂੰ ਕਿਤੇ ਨੀਂਦ ਆ ਗਈ, ਜਿਹਨੇ ਅੱਖਾਂ ਬੰਦ ਕੀਤੀਆਂ, ਬਸ ਉਹਨੂੰ ਹੀ ਅਸੀਂ ਧਰ ਦਬੋਚਨੇ ਆ ਤੇ ਖਾ ਲੈਨੇ ਆ। ਹੁਣ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਭਖਦੇ ਆ। ਜਿਹੜਾ ਨਿੰਦਰਾ ਵਸ ਹੋ ਗਿਆ, ਨੀਂਦ ਵਸ ਹੋ ਕੇ ਸੌਂ ਗਿਆ, ਉਹਨੂੰ ਅਸੀਂ ਝੱਟ ਖਾ ਲੈਨੇ ਆ। ਤੇ ਕੋ ਤਤ ਛਿਨ ਸਭ ਮਿਲ ਖਾਵੇ। ਸਾਰੇ ਮਿਲ ਕੇ ਜਿੰਨਾ ਕਿਸੇ ਨੂੰ ਆ ਗਿਆ, ਬੋਟੀ ਮਹਾਰਾਜ ਜੀ ਖਾ ਜਾਂਦੇ ਹਾਂ। ਜਾਗਤ ਰਹੇ ਸਦਾ ਹਮ ਠਾਂਡੇ। ਮਹਾਰਾਜ ਹੁਣ ਅਸੀਂ ਡਰਦੇ ਸੌਂਦੇ ਹੀ ਨਹੀਂ, ਜਾਗਦੇ ਹੀ ਰਹਿੰਦੇ ਆ ਤੇ ਖਲੋਤੇ ਹੀ ਰਹਿੰਦੇ ਆ ਵੀ ਜੇ ਬੈਠੇ ਤਾਂ ਨੀਂਦ ਆਵੇਗੀ। ਜਾਗਦੇ ਰਹਿੰਦੇ ਆ ਤੇ ਖਲੋਤੇ ਰਹਿੰਦੇ ਹਾਂ। ਕਰ ਹੈ ਪਰਸਪਰ ਭੈ ਹੋਏ ਗਾਡੇ। ਔਰ ਸਾਨੂੰ ਆਪਸ ਵਿੱਚ ਹੀ ਇੱਕ ਦੂਜੇ ਦਾ ਭੈ ਤੇ ਡਰ ਬਣਿਆ ਰਹਿੰਦਾ ਵੀ ਇਹ ਨਾ ਖਾ ਜਾਵੇ, ਇਹ ਨਾ ਖਾ ਜਾਵੇ। ਮਨ ਨਿਰਮਲ ਭਾ ਦਰਸ ਤੁਮਾਰੇ। ਤੁਹਾਡੇ ਦਰਸ਼ਨ ਕਰਕੇ ਸਾਡਾ ਮਨ ਸ਼ੁੱਧ ਤੇ ਨਿਰਮਲ ਹੋ ਗਿਆ। ਖਾਲਸਾ ਜੀ
ਇਹ ਬਿਰਤੀ ਸਮਾਜ ਵਿੱਚ ਵਰਤਦੀ ਹੈ। ਸ਼ੇਰਾਂ ਦੀ ਇਸ ਵਿਥਿਆ ਨਾਲ ਮਹਾਰਾਜ ਜੀ ਸਮਾਜ ਦੀ ਸੱਚਾਈ ਪ੍ਰਗਟ ਕਰਕੇ ਦੱਸ ਰਹੇ ਹੈ। ਇੱਥੇ ਵੀ ਜਿਹੜੇ ਸੌਣ ਵਾਲੇ ਨੇ, ਜਿਨ੍ਹਾਂ ਨੂੰ ਨਾ ਹੋਵੇ ਕੁਝ ਸੋਝੀ, ਆਲੇ ਦੁਆਲੇ ਸ਼ੇਰਾਂ ਵਾਂਗੂ ਖਾਣ ਵਾਲੇ ਬੜੇ ਖਲੋਤੇ ਹੁੰਦੇ ਆ। ਜਿਹੜੇ ਸਮਾਜ 'ਚ ਆਪਾਂ ਰਹਿੰਦੇ ਆ ਨਾ, ਕੰਮ ਇੱਥੇ ਵੀ ਇਦਾਂ ਦਾ ਹੀ ਹੁੰਦਾ। ਜਿਹੜੇ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਦਰਸ਼ਨਾਂ ਦੇ ਅਭਿਲਾਖੀ ਹੋ ਜਾਂਦੇ ਐ, ਉਹਨਾਂ ਦੇ ਮਨ ਸ਼ੁੱਧ ਤੇ ਪਵਿੱਤਰ ਹੋ ਜਾਂਦੇ ਹਨ। ਉਹ ਫਿਰ ਕਿਸੇ ਦੂਸਰੇ ਨੂੰ ਖਾਣ ਦੀ ਬਿਰਤੀ ਨਹੀਂ ਰੱਖਦੇ, ਯਾਨੀ ਕਿ ਕਿਸੇ ਦਾ ਹੱਕ ਖਾਣ ਦੀ ਬਿਰਤੀ ਨਹੀਂ ਰੱਖਦੇ। ਆਪਣਾ ਹੱਕ ਖਾ ਕੇ ਉਹਦੇ 'ਚ ਸੰਤੁਸ਼ਟ ਰਹਿੰਦੇ ਹਨ। ਇਸ ਸਾਖੀ ਤੋਂ ਇਹ ਪ੍ਰੇਰਨਾ ਲੈਣੀ ਹੈ। ਇਹ ਪ੍ਰੇਰਨਾ ਦੇ ਰਹੀ ਹੈ ਇਹ ਸਾਖੀ। ਇਹ ਸਮਾਜ ਦਾ ਵਰਤਾਰਾ। ਇੱਥੇ ਵੀ ਜਿਹੜਾ ਕਿਤੇ ਕੋਈ ਮਾੜਾ ਭੋਲਾ ਪੰਛੀ ਹੋਵੇ, ਝਟ ਕਾਬੂ ਆ ਜਾਂਦਾ ਆਲੇ ਦੁਆਲਿਆਂ ਦੇ। ਸ਼ੇਰ ਵਾਂਗੂ ਚੀਰ ਫਾੜ ਖਾਂਦਿਆਂ ਉਸੇ ਵੇਲੇ ਦੇਰੀ ਨਹੀਂ ਲਾਉਂਦੇ ਆਲੇ ਦੁਆਲੇ ਦੇ ਲੋਕ। ਇਹ ਵਰਤਾਰਾ ਕਿਵੇਂ ਕਿਸੇ ਨੂੰ ਠੱਗਿਆ ਜਾਏ, ਕਿਵੇਂ ਕਿਸੇ ਨੂੰ ਆਪਣਾ, ਅੱਜ ਕੱਲ ਦੀ ਸ਼ਬਦਾਵਲੀ ਵਿੱਚ ਕਹਿੰਦੇ ਕਿਵੇਂ ਕਿਸੇ ਦੇ ਸਿਰ ਤੇ ਟੋਪੀ ਧਰੀ ਜਾਏ। ਇਹ ਕਹਿੰਦੇ ਅੱਜ ਕੱਲ ਦੀ ਸ਼ਬਦਾਵਲੀ ਵਿੱਚ। ਅਸਲ 'ਚ ਬਿਰਤੀ ਇਹੀ ਹੈ ਜਿਹੜੀ ਇੱਥੇ ਸ਼ੇਰ ਦੱਸ ਰਹੇ ਨੇ। ਮਹਾਰਾਜ ਜਿਹੜਾ ਸੌਂਦਾ ਸਾਡੇ 'ਚੋਂ ਧਰ ਦਬਦੇ ਆ। ਹੁਣ ਇੱਕ ਦੂਜੇ ਪ੍ਰਤੀ ਮਹਾਰਾਜ ਜੀ ਬੇਵਿਸ਼ਵਾਸੀ ਬਣ ਗਈ ਹੈ। ਅਸੀਂ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ। ਇਹ ਬੇਵਿਸ਼ਵਾਸੀ ਵਿੱਚ ਅਸੀਂ ਰਹਿੰਦੇ ਆ। ਹੁਣ ਡਰਦੇ ਰਹਿੰਦੇ ਆ ਇੱਕ ਦੂਜੇ ਤੋਂ। ਤੇ ਗਰੀਬ ਨਵਾਜ, ਤੁਸੀਂ ਬੜੀ ਦਇਆ ਕੀਤੀ ਆ ਸਾਡੇ ਤੇ, ਆ ਕੇ ਤਰਸ ਕੀਤਾ, ਆਪਣਾ ਕੀਰਤਨ ਸੁਣਾਇਆ ਸਾਨੂੰ। ਸਾਡੇ ਮਨ ਨਿਰਮਲ ਹੋ ਗਏ ਨੇ ਤੁਹਾਡੇ ਦਰਸ਼ਨ ਕਰਕੇ। ਸ਼ੁਭ ਗਤ ਕਰ ਹੋਏ ਗੁਰੂ ਹਮਾਰੇ। ਮਹਾਰਾਜ ਜੀ ਸਾਡੇ ਗੁਰੂ ਬਣੋ ਤੁਸੀਂ ਤੇ ਸਾਡੀ ਕਲਿਆਣ ਕਰੋ ਮਹਾਰਾਜ। ਇਹ ਜੂਨ 'ਚ ਅਸੀਂ ਬੜੇ ਦੁਖੀ ਹਾਂ, ਕਿਰਪਾ ਕਰੋ ਮਹਾਰਾਜ ਜੀ, ਤੁਸੀਂ ਸਾਡੇ ਗੁਰੂ ਬਣ ਕੇ ਸਾਡੀ ਕਲਿਆਣ ਕਰੋ। ਸੁਨਤ ਬਿਨੈ ਕਹਿ ਬਾਨੀ ਨੋਨੀ। ਸਤਿਗੁਰੂ ਗਰੀਬ ਨਵਾਜ ਜੀ ਨੋਨੀ ਕਹਿੰਦੇ ਆ ਸੋਹਣੀ ਨੂੰ। ਬੜੀ ਸੋਹਣੀ ਸੋਹਣੀ ਬਾਣੀ, ਮਿੱਠੀ ਮਿੱਠੀ ਬਾਣੀ, ਪਿਆਰੀ ਪਿਆਰੀ ਬਾਣੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ ਤੁਮ ਕੋ ਦੇਵਹਿ ਮਾਨੁਖ ਜੋਨੀ। ਮਹਾਰਾਜ ਜੀ ਕਹਿੰਦੇ ਆ ਮੁੱਖ ਧੋਣ ਲਈ ਮਨੁੱਖ ਬਣਨਾ ਪਏਗਾ ਤੁਹਾਨੂੰ। ਤੁਹਾਨੂੰ ਅਸੀਂ ਮਨੁੱਖੀ ਜਾਮਾ ਦੇਾਂਗੇ। ਅਗਲਾ ਤੁਹਾਡਾ ਸਾਰਿਆਂ ਦਾ ਸਰੀਰ ਛੁੱਟੇਗਾ। ਇਸ ਸਰੀਰ ਦੇ ਛੁੱਟਣ ਨਾਲ ਸਾਡੇ ਦਰਸ਼ਨਾਂ ਦਾ ਫਲ ਤੁਹਾਨੂੰ ਇਹ ਮਿਲੇਗਾ ਕਿ ਤੁਸੀਂ ਮਾਨਵ ਕੋਟੀ ਚ ਆਓਗੇ, ਤੁਹਾਨੂੰ ਮਨੁੱਖੀ ਸਰੀਰ ਪ੍ਰਾਪਤ ਹੋਣਗੇ। ਤਬ ਸਿੱਖੀ ਗੁਰ ਕੀ ਜੇ ਕਮਾਵੋ। ਫਿਰ ਤੁਸੀਂ ਜਨਮ ਲੈ ਕੇ ਮਨੁੱਖਾਂ ਦੇ ਸਰੀਰਾਂ ਵਿੱਚ ਗੁਰੂ ਕੀ ਸਿੱਖੀ ਦੀ ਕਮਾਈ ਕਰਿਓ। ਸਤਿ ਸ੍ਰੀ ਅਕਾਲ। ਫਿਰ ਜਦੋਂ ਤੁਸੀਂ ਗੁਰ ਸਿੱਖੀ ਨੂੰ ਕਮਾਓਗੇ, ਬਿਨ ਸੰਦੇਹ ਕੇਵਲ ਤੁਮ ਪਾਵੋ। ਬਿਨਾਂ ਸੰਦੇਹ ਤੋਂ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ ਜਦੋਂ ਤੁਸੀਂ ਮਨੁੱਖੀ ਜਾਮਾ ਲੈ ਕੇ ਗੁਰਸਿੱਖੀ ਦੀ ਕਮਾਈ ਕਰੋਗੇ। ਜਿਹੜਾ ਗੁਰਸਿੱਖੀ ਦੀ ਕਮਾਈ ਕਰਦਾ ਹੈ ਨਿਰਸੰਦੇਹ ਉਹ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰੇਗਾ ਹੀ ਕਰੇਗਾ। ਹਾਂਜੀ, ਸਿੰਘ ਜੂਨ ਤੁਮਰੀ ਛੁੱਟ ਜੈ ਹੈ। ਆ ਜਿਹੜੇ ਸ਼ੇਰਾਂ ਦੇ ਸਰੀਰ ਤੁਹਾਡੇ ਕੋਲ ਨੇ, ਇਹ ਜੂਨੀ ਤੋਂ ਤੁਸੀਂ ਮੁਕਤ ਹੋ ਜਾਓਗੇ, ਛੁੱਟ ਜਾਓਗੇ। ਮਾਨੁਖ ਜੋਨੀ ਪ੍ਰਾਪਤ ਹੋਇਆ ਹੈ। ਇਸ ਸਰੀਰ ਤੋਂ ਬਾਅਦ ਤੁਹਾਨੂੰ ਮਾਨਵ ਜੋਨੀ ਦੀ ਪ੍ਰਾਪਤੀ ਹੋਵੇਗੀ। ਸ਼ਬਦ ਅਭਿਆਸ ਕਰੋਗੇ ਜਬ ਹੀ। ਤੇ ਜਦੋਂ ਮਾਨਵ ਜੋਨੀ ਚ ਆ ਕੇ ਤੁਸੀਂ ਗੁਰ ਸ਼ਬਦ ਦਾ ਅਭਿਆਸ ਕਰੋਗੇ, ਗੁਰ ਸ਼ਬਦ ਦੀ ਕਮਾਈ ਕਰੋਗੇ, ਕਿਉਂਕਿ ਮੁਕਤ ਹੋਣ ਲਈ ਮਨੁੱਖ ਬਣਨਾ ਪਵੇਗਾ। ਦੇਵਤੇ ਵੀ ਮਨੁੱਖੀ ਸਰੀਰ ਲੋੜਦੇ ਆ ਵੀ ਅਸੀਂ ਮੁਕਤ ਹੋਣ ਵਾਸਤੇ ਮਨੁੱਖੀ ਦੇਹ ਨੂੰ ਪ੍ਰਾਪਤ ਕਰ ਲਈਏ। ਇਸ ਦੇਹੀ ਕੋ ਸਿਮਰੈ ਦੇਵ। ਇਸ ਕਰਕੇ ਜਦੋਂ ਮਨੁੱਖੀ ਜਨਮ ਦੇ ਵਿੱਚ ਆਓਗੇ, ਗੁਰ ਸ਼ਬਦ ਨੂੰ ਕਮਾਵੋਗੇ, ਤਾਂ ਗੁਰ ਸ਼ਬਦ ਦੀ ਕਮਾਈ ਕਰਕੇ ਹੀ ਤੁਹਾਡੀ ਬੰਦ ਖਲਾਸੀ ਹੋਵੇਗੀ। ਤਨ ਹੰਤਾ ਛੁੱਟ ਹੋਏ ਗਤ ਤਬ ਹੀ। ਸਰੀਰ ਦੀ ਹੰਗਤਾ ਛੁੱਟ ਜਾਏਗੀ ਤੁਹਾਡੀ,
ਔਰ ਤੁਸੀਂ ਬੰਦ ਖਲਾਸੀ ਨੂੰ ਪ੍ਰਾਪਤ ਹੋਵੋਗੇ। ਅਸ ਕੈ ਬਿਦਾ ਹੋਏ ਜਗ ਸਾਈ। ਏਦਾਂ ਇਹਨਾਂ ਦਾ ਨਿਸਤਾਰਾ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਇਸ ਜੰਗਲ ਚੋਂ ਅੱਗੇ ਵਧੇ ਹਨ। ਗਮਨੇ ਨਗਰ ਹੁਤੋ ਜਿਹੇ ਥਾਈ। ਜੰਗਲ ਚੋਂ ਅੱਗੇ ਚੱਲ ਕੇ ਮਹਾਰਾਜ ਇੱਕ ਨਗਰ ਦੇ ਵਿੱਚ ਪਹੁੰਚੇ ਹਨ। ਵੈਸੇ ਵਹਿਰ ਸਮੀਪ ਸੋ ਪੁਰ ਕੇ। ਨਗਰ ਦੇ ਬਾਹਰ-ਬਾਹਰ ਜਾ ਕੇ ਸਤਿਗੁਰੂ ਜੀ ਬੈਠੇ ਨੇ, ਨਗਰ ਦੇ ਵਿੱਚ ਨਹੀਂ ਗਏ। ਇਹ ਸੁਭਾਵਕ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ ਸੀ। ਜ਼ਿਆਦਾ ਤੌਰ ਤੇ ਮਹਾਰਾਜ ਜੀ ਨਗਰ ਦੇ ਬਾਹਰ ਹੀ ਉਤਾਰਾ ਕਰਦੇ ਸੀ। ਆਪ ਨਗਰ ਵਾਲੇ ਚੱਲ ਕੇ ਆ ਕੇ ਕਹਿੰਦੇ ਸੀ, ਮਹਾਰਾਜ ਸਾਨੂੰ ਆਪਣਾ ਸਿੱਖ ਬਣਾ ਲਓ। ਇਹ ਗੁਰੂ ਸਾਹਿਬ ਦੀ ਵਡਿਆਈ ਸੀ ਮਹਾਰਾਜ ਜੀ ਦੀ। ਤੋ ਨਗਰ ਦੇ ਬਾਰ-ਬਾਰ ਸਤਿਗੁਰੂ ਜੀ ਆਣ ਕੇ ਉਤਰੇ ਹਨ। ਨਰ ਆਏ ਦਰਸ਼ਨ ਹਿਤ ਗੁਰ ਕੇ। ਨਗਰ ਨਿਵਾਸੀਆਂ ਨੂੰ ਪਤਾ ਲੱਗਾ ਵੀ ਕੁਝ ਪਰਦੇਸੀ ਨਰ ਨੇ ਆਏ ਸਾਡੇ ਨਗਰ ਦੇ ਬਾਹਰ। ਉਹ ਨਗਰ ਚੋਂ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ। ਕਹਿਣ ਲੱਗੇ ਤੁਮ ਕਿਹ ਬਿਦ ਆਏ। ਉਹ ਬੜੇ ਹੈਰਾਨ ਹੋਏ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਕਿਵੇਂ ਆ ਗਏ ਜੀ ਇੱਥੇ? ਤੁਸੀਂ ਕਿਵੇਂ ਇੱਥੇ ਪਹੁੰਚ ਗਏ? ਕਿਨਹੂ ਸਿੰਘ ਨ ਮਗ ਮਹਿ ਖਾਏ। ਕਿਉਂਕਿ ਜਿਹੜੇ ਰਸਤਿਓਂ ਤੁਸੀਂ ਆਏ ਹੋ ਉੱਥੇ ਜੰਗਲ 'ਚ ਸੈਂਕੜਿਆਂ ਦੀ ਗਿਣਤੀ 'ਚ ਸ਼ੇਰ ਨੇ। ਕਿ ਉਹਨਾਂ ਸ਼ੇਰਾਂ ਵਿੱਚੋਂ ਕਿਸੇ ਸ਼ੇਰ ਨੇ ਤੁਹਾਨੂੰ ਖਾਧਾ ਨਹੀਂ, ਤੁਹਾਨੂੰ ਭਖਿਆ ਨਹੀਂ? ਉਹਨਾਂ ਵਿੱਚੋਂ ਨਿਕਲ ਕੇ ਤੁਸੀਂ ਇੱਥੇ ਕਿਵੇਂ ਆ ਗਏ? ਉਹ ਤਾਂ ਆਪੋ ਵਿੱਚ ਇੱਕ ਦੂਜੇ ਨੂੰ ਨਹੀਂ ਛੱਡਦੇ। ਜਿਹੜਾ ਸੌਂ ਜੇ ਸ਼ੇਰ ਉਹਨੂੰ ਮਾਰ ਕੇ ਖਾ ਜਾਂਦੇ ਆ। ਤੁਸੀਂ ਉਹਨਾਂ ਵਿੱਚੋਂ ਕਿਵੇਂ ਨਿਕਲ ਕੇ ਜਿਉਂਦੇ ਆ ਗਏ? 100 ਜੋਜਨ ਲੋ ਪਸ ਨਰ ਕੋ। ਜੰਗਲ ਵਿੱਚ 100 ਜੋਜਨ ਤਾਈਂ ਨਾ ਉਹਨਾਂ ਕੋਈ ਬੰਦਾ ਛੱਡਿਆ, ਨਾ ਕੋਈ ਜਾਨਵਰ ਪਸ਼ੂ ਪੰਛੀ ਛੱਡਿਆ। ਛੋਟਿਓ ਕੱਛ ਨਾ ਖਾਏਗੇ ਸੋ। ਸਾਰੇ ਜਾਨਵਰ ਪਸ਼ੂ ਜੰਗਲ ਦੇ ਉਹਨਾਂ ਨੇ ਖਾ ਲਏ ਨੇ, ਕੁਝ ਨਹੀਂ ਛੱਡਿਆ। ਹਮਨੇ ਨਗਰ ਪਾਏ ਗਿਰ ਉੱਪਰ। ਮਹਾਰਾਜ ਜੀ ਅਸੀਂ ਆਪਣਾ ਇਹ ਨਗਰ ਪਹਾੜ ਦੇ ਉੱਤੇ ਬਣਾਇਆ ਹੋਇਆ, ਕਿਉਂਕਿ ਉਹ ਪਹਾੜ ਦੇ ਉੱਤੇ ਨਗਰ ਵਸਾਈ ਬੈਠੇ ਸੀ। ਅਸੀਂ ਪਹਾੜ ਦੇ ਉੱਤੇ ਆਪਣਾ ਨਗਰ ਵਸਾਇਆ। ਰਹਿਤ ਸੋ ਜਗ ਹੋਇ ਤੋਪਨ ਕੋ ਧਰ। ਚਾਰੇ ਪਾਸੇ ਅਸੀਂ ਉੱਚੀਆਂ ਉੱਚੀਆਂ ਕੰਧਾਂ ਬਣਾਈਆਂ ਨੇ, ਨਗਰ ਦੇ ਕਿਲਾ ਬਣਾਇਆ ਤੇ ਤੋਪਾਂ ਰੱਖਦੇ ਆ ਚਾਰੇ ਪਾਸੇ ਬੀੜ ਕੇ, ਬੰਦੂਕਾਂ ਬੀੜ ਕੇ ਰੱਖਦੇ ਹਾਂ। ਜਬ ਆਵਹਿ ਛੋੜੈ ਇੱਕ ਬਾਰੇ। ਜਦੋਂ ਸ਼ੇਰ ਸਾਡੇ ਨਗਰ ਵੱਲ ਆਉਂਦੇ ਆ ਅਸੀਂ ਤੋਪਾਂ ਦੇ ਗੋਲੇ ਦਾਗਦੇ ਆ ਇੱਕੋ ਵੇਰੀ। ਉਹ ਡਰਦੇ ਹੋਏ ਭੱਜ ਜਾਂਦੇ ਨੇ, ਨੱਠ ਜਾਂਦੇ ਨੇ। ਏਦਾਂ ਅਸੀਂ ਆਪਣੀਆਂ ਜਾਨਾਂ ਬਚਾਉਂਦੇ ਹਾਂ। ਤਿਨ ਕੋ ਮੋਹ ਰਹਿ ਗੋਲੇ ਨ ਮਾਰੇ। ਗੋਲੀਆਂ ਤੇ ਗੋਲੇ ਮਾਰ ਕੇ ਅਸੀਂ ਉਹਨਾਂ ਨੂੰ ਮੋੜਦੇ ਹਾਂ। ਗੁਰੂ ਕਹੈ ਹਮ ਗੇ ਤਿਨ ਪਾਸਾ। ਮਹਾਰਾਜ ਜੀ ਕਹਿੰਦੇ, ਭਾਈ ਤੁਹਾਡਾ ਇਹ ਡਰ ਅਸੀਂ ਦੂਰ ਕਰ ਦਿੱਤਾ ਹੈ। ਹੁਣ ਨਹੀਂ ਜੇ ਆਉਂਦੇ ਉਹ ਤੁਹਾਡੇ ਨਗਰ 'ਚ। ਅਸੀਂ ਉਹਨਾਂ ਦੇ ਪਾਸ, ਉਹਨਾਂ ਦੇ ਕੋਲ ਗਏ ਸੀ। ਸੋ ਹਿੰਸਾ ਤੇ ਭਏ ਨਿਰਾਸ਼ਾ। ਉਹ ਆਪ ਹੀ ਹਿੰਸਾ ਤੋਂ ਨਿਰਾਸ਼ ਹੋ ਗਏ। ਸਾਨੂੰ ਵੇਖ ਕੇ ਕਹਿੰਦੇ, ਜੀ ਅਸੀਂ ਹੁਣ ਨਹੀਂ ਮਾਰਦੇ ਕਿਸੇ ਨੂੰ। ਉਹ ਹੁਣ ਹਿੰਸਾ ਤੋਂ ਨਿਰਾਸ਼ ਹੋ ਗਏ ਨੇ। ਉਹ ਹੁਣ ਕਿਸੇ ਜੀਵ ਜੰਤੂ ਨੂੰ ਦੁੱਖ ਨਹੀਂ ਦੇਣਗੇ, ਨਹੀਂ ਮਾਰਨਗੇ। ਹਮ ਸਭ ਹੀ ਕੋ ਸਿੱਖ ਕਰ ਆਏ। ਅਸੀਂ ਉਹਨਾਂ ਸਾਰਿਆਂ ਨੂੰ ਆਪਣਾ ਸੇਵਕ ਬਣਾਏ ਹਾਂ। ਇਤਕ ਕਾਲ ਮੈਂ ਸਭ ਮਰ ਜਾਏ। ਕੁਝ ਸਮੇਂ ਤਾਈਂ ਉਹਨਾਂ ਸਾਰਿਆਂ ਨੇ ਆਪਣਾ ਸਰੀਰ ਤਿਆਗ ਦੇਣਾ। ਉਹਨਾਂ ਸਾਰਿਆਂ ਨੇ ਆਪਣੇ ਸਰੀਰ ਛੱਡ ਦੇਣੇ ਨੇ। ਪੁਰ ਕੇ ਨਰ ਸੁਨ ਕਰ ਇਵ ਗਾਥਾ। ਜਦੋਂ ਨਗਰ ਨਿਵਾਸੀਆਂ ਨੇ ਸੁਣਿਆ ਨਾ ਕਿ ਇਹ ਤਾਂ ਕੋਈ ਵਲੀ ਪੁਰਸ਼ ਨੇ, ਜਿਹੜੇ ਇਹੋ ਜਿਹੇ ਖੂੰਖਾਰ ਭਿਆਨਕ ਸ਼ੇਰਾਂ ਦੀ ਵੀ ਬੰਦ ਖਲਾਸੀ ਕਰ ਆਏ ਨੇ, ਇਹ ਤਾਂ ਕੋਈ ਵਲੀ ਪੁਰਸ਼ ਨੇ। ਜਦੋਂ ਨਗਰ ਨਿਵਾਸੀਆਂ ਨੇ ਮਹਾਰਾਜ ਜੀ ਦੇ ਇਉਂ ਬਚਨ ਸੁਣੇ, ਪੁਰ ਕੇ ਚਰਨ ਧਰੈ ਨਿਜ ਮਾਥਾ। ਬੜੇ ਦੁਖੀ ਸੀ ਉਹ ਇਹਨਾਂ ਸ਼ੇਰਾਂ ਤੋਂ, ਬੜੇ ਵਿਆਕੁਲ ਸੀ। ਸਤਿਗੁਰਾਂ ਦੀ ਕਿਰਪਾ ਨਾਲ ਇਸ ਦੁੱਖ ਤੋਂ ਮੁਕਤ ਹੋ ਗਏ ਨੇ। ਜਿਵੇਂ ਡੰਡਾ ਨਹੀਂ ਜ਼ਮੀਨ ਤੇ ਡਿੱਗਦਾ, ਇਉਂ ਡੰਡੇ ਵਾਂਗੂ ਡਿੱਗ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ। ਮਹਾਰਾਜ ਸ਼ੁਕਰ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਨੇ ਬੜਾ ਤਰਸ ਕੀਤਾ ਸਾਡੇ ਤੇ। ਮਹਾਰਾਜ ਸਾਡੀ ਤਾਂ ਜਿੰਦ ਦੁਖੀ ਸੀ, ਕਿਤੇ ਬਾਹਰ ਅੰਦਰ ਜਾਣਾ ਵੀ ਸਾਡੇ ਲਈ ਔਖਾ ਸੀ। ਬੜੇ ਬੰਦੇ ਸਾਡੇ ਮਾਰੇ ਗਏ, ਮੁੱਕ ਗਏ। ਮਹਾਰਾਜ ਤੁਸਾਂ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ। ਇਉਂ ਕਹਿ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਹਨ। ਕਹੈ ਸੋ ਤਿਨ ਕੋ ਦੁਖ ਥੋ ਭਾਰੀ। ਮਹਾਰਾਜ ਅਸੀਂ ਬੜੇ ਦੁਖੀ ਸੀ ਉਹਨਾਂ ਸ਼ੇਰਾਂ ਤੋਂ।
ਬੜਾ ਦੁੱਖ ਦਿੱਤਾ ਹੋਇਆ ਸੀ ਉਹਨਾਂ ਨੇ ਸਾਨੂੰ। ਸੋਰਾਵਰ ਕੀਨੋ ਨਿਰਵਾਰੀ। ਆਪ ਜੀ ਨੇ ਦਇਆ ਕਰਕੇ ਸਾਡਾ ਉਹ ਦੁੱਖ ਨਿਵਾਰ ਦਿੱਤਾ ਹੈ। ਪੂਰਨ ਸੰਤ ਕਲਾ ਧਰ ਪੂਰੀ। ਮਹਾਰਾਜ ਤੁਸੀਂ ਪੂਰਨ ਸੰਤ ਹੋ, ਕਲਾ ਧਾਰਨ ਕਰਕੇ ਸੰਸਾਰ ਵਿੱਚ ਅਵਤਰੇ ਹੋ। ਕਰਿਓ ਹਮਾਰੋ ਭੈ ਵੱਡ ਦੂਰੀ। ਮਹਾਰਾਜ ਤੁਸੀਂ ਸਾਡਾ ਬੜਾ ਵੱਡਾ ਡਰ ਸੀ, ਭੈ ਸੀ, ਆਪ ਜੀ ਨੇ ਤਰਸ ਕਰਕੇ ਦੂਰ ਕੀਤਾ। ਲੈ ਉਪਦੇਸ਼ ਸਿੱਖ ਸਭ ਹੋਏ। ਇਹ ਨਗਰ ਨਿਵਾਸੀ ਵੀ ਮਹਾਰਾਜ ਜੀ ਨੂੰ ਕਹਿੰਦੇ, ਪਾਤਸ਼ਾਹ ਕਿਰਪਾ ਕਰੋ ਸਾਨੂੰ ਆਪਣਾ ਸੇਵਕ ਬਣਾਓ ਤੇ ਆਪਣਾ ਉਪਦੇਸ਼ ਬਖਸ਼ ਕੇ ਸਾਨੂੰ ਆਪਣੀ ਸਿੱਖੀ ਦਾ ਦਾਨ ਦੇ ਕੇ ਨਿਵਾਜੋ। ਮਹਾਰਾਜ ਜੀ ਅਸੀਂ ਵੀ ਤੁਹਾਡੇ ਸਿੱਖ ਹਾਂ, ਸੇਵਕ ਹਾਂ, ਪਾਤਸ਼ਾਹ ਆਪਣਾ ਉਪਦੇਸ਼ ਦੇ ਕੇ ਸਾਨੂੰ ਵੀ ਕਿਰਤਾਰਥ ਤੇ ਸਫਲ ਕਰ ਦਿਓ। ਪਾਹੁਲ ਲਈ ਗੁਰੂ ਭਗਤ ਹੋਏ। ਸਭ ਨੇ ਮਹਾਰਾਜ ਸਿੱਖੀ ਕਿਵੇਂ ਧਾਰਦੇ ਸੀ ਉਦੋਂ? ਸਤਿਗੁਰਾਂ ਦੇ ਚਰਨ ਧੋ ਕੇ ਤੇ ਚਰਨ ਪੌਲ ਲੈ ਕੇ ਸਿੱਖੀ ਧਾਰਦੇ ਸੀ। ਕਲਗੀਧਰ ਜੀ ਨੇ ਖੰਡੇ ਦੀ ਪੌਲ ਦੀ ਮਰਿਆਦਾ ਚਲਾਈ। ਪਹਿਲਾਂ ਚਰਨ ਪੌਲ ਦੀ ਮਰਿਆਦਾ ਰਹੀ ਹੈ ਦਸਵੇਂ ਪਾਤਸ਼ਾਹ ਤਾਈਂ। ਤੋ ਸਤਿਗੁਰਾਂ ਦੇ ਚਰਨ ਧੋ ਕੇ ਉਹ ਚਰਨ ਪੌਲ ਇਹਨਾਂ ਸਾਰੇ ਨਗਰ ਨਿਵਾਸੀਆਂ ਨੇ ਲਈ ਔਰ ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ। ਕੇਤਿਕ ਕਾਲ ਤਹਿ ਕੀਨ ਬਸੇਰਾ। ਕੁਝ ਸਮਾਂ ਕੁਝ ਦਿਨ ਮਹਾਰਾਜ ਜੀ ਇਹਨਾਂ ਦੇ ਕੋਲ ਇੱਥੇ ਰਹੇ। ਅਪਰ ਥਾਨ ਗਮਨੇ ਬਿਨ ਦੇਰਾ। ਬਿਨਾਂ ਦੇਰੀ ਤੋਂ ਪਾਤਸ਼ਾਹ ਜੀ ਫਿਰ ਇੱਥੋਂ ਅੱਗੇ ਨੂੰ ਕੂਚ ਕੀਤਾ। ਪਹੁੰਚੇ ਹਿਰਨ ਖੰਡ ਮੈਂ ਜਾਈ। ਏਦਾਂ ਇਲਾਬਿਰਤ ਖੰਡ ਤੋਂ ਚੱਲ ਕੇ ਅਨੇਕਾਂ ਜੀਵਾਂ ਨੂੰ ਤਾਰਦਿਆਂ ਮਹਾਰਾਜ ਜੀ ਹਿਰਨ ਖੰਡ ਪਹੁੰਚੇ ਹਨ। ਜਹ ਕੰਚਨ ਧਰਨੀ ਸਭ ਥਾਈ। ਇਹ ਜਿਹੜਾ ਹਿਰਨ ਖੰਡ ਹੈ, ਸਿੱਕਮ ਦਾ ਜਿਹੜਾ ਇਲਾਕਾ ਹੈ, ਤਾਮਲੁੰਗ ਸ਼ਹਿਰ ਆਦਿਕ ਜਿਹੜੇ ਇਲਾਕੇ ਨੇ ਸਿੱਕਮ ਦੇ, ਉਸ ਪਾਸੇ ਮਹਾਰਾਜ ਜੀ ਵਧੇ ਹਨ। ਕਹਿੰਦੇ ਸਾਰੀ ਧਰਤੀ ਸਵਰਨ ਰੰਗੀ ਹੈ, ਜਿਵੇਂ ਸੋਨੇ ਦਾ ਰੰਗ ਹੁੰਦਾ ਹੈ, ਏਦਾਂ ਦੀ ਧਰਤੀ ਹੈ। ਤਹਿ ਕੀ ਰੀਤ ਸੁਨੋ ਸਭ ਭਾਂਤੀ। ਉੱਥੋਂ ਦੀ ਰੀਤ ਸੁਣੋ। ਜਿਹੜੇ ਨਗਰ ਚ ਮਹਾਰਾਜ ਜੀ ਗਏ ਨੇ ਨਾ, ਉਸ ਨਗਰ ਦੀ ਖਾਸੀਅਤ ਸੁਣੋ। ਕਰਹਿ ਜੋਗ ਸਾਧਨ ਦਿਨ ਰਾਤੀ। ਇਸ ਨਗਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਯੋਗ ਸਾਧਨਾ ਕਰਦੇ ਸੀ। ਖਾਲਸਾ ਜੀ, ਯੋਗ ਸਾਧਨਾ ਮੁਕਤੀ ਦਾ ਤਰੀਕਾ ਨਹੀਂ ਹੈ। ਉਹਦੇ ਨਾਲ ਮਨ ਤਾਂ ਇਕਾਗਰ ਹੋ ਜਾਂਦਾ ਹੈ, ਸੁਰਤੀ ਤਾਂ ਇਕਾਗਰ ਹੋ ਜਾਂਦੀ ਹੈ, ਪਰ ਉਹਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਗੁਰੂ ਉਪਦੇਸ਼ ਦੀ ਲੋੜ ਪੈਂਦੀ ਹੈ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਬਿਨਾਂ ਗੱਲ ਨਹੀਂ ਬਣਦੀ। ਇੱਥੋਂ ਆਏ ਸਾਖੀ ਤੋਂ ਸਿੱਧ ਹੋ ਜਾਣਾ ਕਿ ਯੋਗ ਸਾਧਨਾ ਕਰਦੇ ਸੀ, ਸਾਰੇ ਯੋਗੀ ਸੀ। ਪਾਤਸ਼ਾਹ ਦੇ ਬਚਨ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਅਹੰਗ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਣ ਨ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਇਸੇ ਸ਼ਬਦ ਚ ਪਾਤਸ਼ਾਹ ਕਹਿੰਦੇ, ਜੋਗ ਸਿੱਧ ਆਸਣ 84 ਏ ਪੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਇਹਦੇ ਨਾਲ ਵੀ ਗੱਲ ਨਹੀਂ ਜੇ ਬਣਨੀ, ਵਿਕਾਰਾਂ ਤੋਂ ਬੰਦ ਖਲਾਸੀ ਨਹੀਂ ਹੋਣੀ। ਗੋਰਖਨਾਥ ਦਾ ਗੁਰੂ ਸੀ ਮਛੰਦਰਨਾਥ। ਬਚਨ ਚੇਤੇ ਆ ਗਿਆ, ਸਾਂਝਾ ਕਰ ਲਈਏ। ਮਛੰਦਰਨਾਥ ਦੇ ਕੋਲ ਇਹ ਸ਼ਕਤੀ ਸੀ ਬ੍ਰਹਮਰੰਦਰ ਦੁਆਰਾ। ਉਹ ਆਪਣੇ ਸਰੀਰ ਨੂੰ ਛੱਡ ਕੇ ਸਥੂਲ ਨੂੰ ਸੂਖਮ ਸਰੀਰ ਵੱਖਰਾ ਕਰ ਲੈਂਦਾ। ਇਹਨੂੰ ਭਯੰਗਮਾ ਨਾੜੀ ਦੀ ਸਾਧਨਾ ਕਹਿੰਦੇ ਆ ਕਿ ਦਸਮ ਦੁਆਰ ਦੇ ਵਿੱਚ ਸਵਾਸ ਟਿਕਾ ਕੇ ਸਰੀਰ ਨੂੰ ਛੱਡ ਦੇਣਾ, ਸੂਖਮ ਸਰੀਰ ਨੂੰ ਸਥੂਲ ਸਰੀਰ ਤੋਂ ਵੱਖਰਾ ਕਰ ਲੈਣਾ। ਇਹ ਵਿਦਿਆ ਆ ਗਈ ਮਛੰਦਰਨਾਥ ਕੋਲ। ਕਾਮਰੂ ਦੇਸ਼ ਦਾ ਇੱਕ ਰਾਜਾ ਸੀ, ਉਹਦੀ ਮੌਤ ਹੋ ਗਈ। ਇਹ ਫਿਰਦਾ ਉੱਥੇ ਪਹੁੰਚਿਆ, ਕਹਿੰਦਾ ਚਲੋ ਵੇਖੀਏ ਰਾਜੇ ਦੇ ਸਰੀਰ 'ਚ ਵੜ ਕੇ ਜੀਵਨੇ ਆ।
ਤੇ ਰਾਜੇ ਦੀ ਜ਼ਿੰਦਗੀ ਦਾ ਜਿਹੜਾ ਸੁੱਖ ਹੈ ਉਹ ਭੋਗ ਕੇ ਵੇਖਦੇ ਆ ਕਿਹੋ ਜਿਹਾ। ਉਹਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਏ। ਉਹ ਰਾਜਾ ਜਿਉਂਦਾ ਹੋ ਗਿਆ। ਲੋਕਾਂ 'ਚ ਬੜੀ ਹੈਰਾਨੀ ਹੋਈ। ਇਹ ਰਾਜਾ ਬਣ ਕੇ ਹੁਣ ਉਹਦੇ ਆਪਣਾ ਸਰੀਰ ਇੱਕ ਜਗ੍ਹਾ ਤੇ ਰੱਖਿਆ, ਉੱਥੇ ਹੀ ਗੁਪਤ ਕਿਸੇ ਪਹਾੜ ਦੀ ਕੰਧਰਾ ਵਿੱਚ ਸੂਖਮ ਸਰੀਰ ਉਹਦੇ ਸਰੀਰ 'ਚ ਪਾ ਕੇ ਤੇ ਟੁਰਿਆ ਫਿਰੇ, ਵਿਕਾਰ ਭੋਗਦਾ ਫਿਰੇ, ਰਾਜਿਆਂ ਵਾਲੇ ਸੁੱਖ ਮਾਣਦਾ ਫਿਰੇ। ਕਿਉਂਕਿ ਮਹਾਰਾਜ ਜੀ ਕਹਿੰਦੇ ਆ, ਨਿਵਲ ਭਯੰਗਮ ਸਾਧੇ, ਨਿਉਲੀ ਕਰਮ ਤੇ ਭਯੰਗਮਾ ਨਾੜੀ ਦੀ ਸਾਧਨਾ ਕਰਕੇ ਦਸਮ ਦੁਆਰ 'ਚ ਸਵਾਸ ਟਿਕਾਣ ਨਾਲ ਪੰਜ ਜਨਾ ਸਿਓ ਸੰਗ ਜਨਾ ਛੁੱਟ ਕੇ ਅਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਸਾਥ ਨਹੀਂ ਛੁੱਟਦਾ, ਉਹ ਫਿਰ ਦੁਖੀ ਕਰਦੇ। ਗੁਰੂ ਕਿਰਪਾ ਚਾਹੀਦੀ, ਗੁਰੂ ਕਿਰਪਾ ਬਿਨਾਂ ਨਹੀਂ ਗੱਲ ਬਣਦੀ। ਜਦੋਂ ਕੁਝ ਸਮਾਂ ਉੱਥੇ ਵਿਕਾਰ ਭੋਗਦਾ ਰਿਹਾ ਤੇ ਇਹਦਾ ਚੇਲਾ ਗੋਰਖਨਾਥ ਕਿਤੇ ਟੁਰਿਆ ਜਾਵੇ ਤੇ ਕਿਸੇ ਸਾਧ ਨੇ ਇਹਨੂੰ ਤਾਨਾ ਮਾਰਿਆ, ਉਹ ਗੋਰਖ, ਤੇਰਾ ਗੁਰੂ ਕਾਮਰੂ ਦੇਸ਼ ਦੇ ਰਾਜੇ ਦੇ ਸਰੀਰ 'ਚ ਵੜ ਕੇ ਵਿਕਾਰ ਭੋਗਦਾ ਫਿਰਦਾ, ਤੂੰ ਉਹ ਕਾਹਦਾ ਚੇਲਾ, ਤੂੰ ਜਤੀ ਘਾਉਣਾ ਤੇ ਗੁਰੂ ਤੇਰਾ ਆਇਓ ਜੇ ਕੰਮ ਕਰਦਾ। ਗੋਰਖਨਾਥ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਸੁਣ ਕੇ ਤਾਨਾ। ਇਹਨੇ ਆਖਿਆ, ਗੁਰੂ ਹੈ ਮੇਰਾ, ਜੋ ਯੋਗ ਮੈਨੂੰ ਉਹਨੇ ਸਿਖਾਇਆ ਉਹਨੂੰ ਸਿੱਧੇ ਰਾਹ ਪਾਉਣਾ ਚਾਹੀਦਾ। ਜਦੋਂ ਗਿਆ ਉੱਥੇ ਤੇ ਪਤਾ ਕੀਤਾ, ਉਹਨੇ ਹੁਕਮ ਕੀਤਾ ਹੋਇਆ ਸੀ ਵੀ ਮੇਰੀ ਸਭਾ ਵਿੱਚ ਕੋਈ ਕੰਨ ਪਾਟਾ ਜੋਗੀ ਨਾ ਆਵੇ, ਕਿਉਂਕਿ ਉਹਨੂੰ ਡਰ ਸੀ ਮਛੰਦਰ ਨਾਥ ਨੂੰ ਵੀ ਜੇ ਕੋਈ ਏਦਾਂ ਦਾ ਆਇਆ ਮੈਨੂੰ ਪਛਾਣ ਹੀ ਨਾ ਲਵੇ। ਗੋਰਖਨਾਥ ਉੱਥੇ ਗਿਆ ਤੇ ਹੁਣ ਜਾਣ ਤੋਂ ਰੋਕ ਦਿੱਤਾ ਇਹਨੂੰ ਵੀ ਤੇਰੀ ਆਗਿਆ ਨਹੀਂ ਰਾਜੇ ਦੀ ਅੰਦਰ ਜਾਣ ਦੀ, ਤੂੰ ਕੰਨ ਪਾਟਾ ਜੋਗੀ ਹੈ। ਹੁਣ ਰਾਜੇ ਦੀ ਸਭਾ ਵਿੱਚ ਇੱਕ ਮਿਰਦੰਗ ਵਜਾਉਂਦਾ ਸੀ ਰੋਜ਼। ਗੋਰਖਨਾਥ ਨੇ ਪਹਿਲਾਂ ਉਹਦੇ ਕੋਲੋਂ ਮਿਰਦੰਗ ਵਜਾਣਾ ਸਿੱਖਿਆ ਤੇ ਇੱਕ ਦਿਨ ਉਸਤਾਦ ਉਹ ਬਿਮਾਰ ਹੋਇਆ ਤੇ ਕਹਿੰਦਾ ਅੱਜ ਤੂੰ ਵਜਾ ਕੇ ਆ। ਹੁਣ ਸਮੱਸਿਆ ਸੀ ਵੀ ਕੰਨ ਪਾਟੇ ਸੀ। ਇਹਨੇ ਇੱਕ ਕੱਪੜੇ ਦੀ ਟੋਪੀ ਬਣਾਈ ਤੇ ਕੰਨਾਂ ਦੇ ਸਮੇਤ ਉਹਨੂੰ ਕੱਜ ਲਿਆ, ਕੰਨ ਵੀ ਕੱਜ ਲਏ। ਯੋਗੀਆਂ ਦੇ 12 ਪੰਥ ਨੇ, 12 ਪੰਥਾਂ ਵਿੱਚੋਂ ਇੱਕ ਪੰਥ ਦੇ ਯੋਗੀ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਸਿਰ ਤੇ ਟੋਪੀ ਪਾਈ ਹੁੰਦੀ ਤੇ ਕੰਨ ਕੱਜੇ ਹੁੰਦੇ ਨੇ। ਉੱਥੋਂ ਇਹਨਾਂ ਦਾ ਇਹ ਪੰਥ ਚੱਲਿਆ, ਗੋਰਖਨਾਥ ਦਾ ਪੰਥ। ਕੰਨ ਕੱਜ ਕੇ ਜਦੋਂ ਗਲ 'ਚ ਮਰਦੰਗ ਪਾ ਕੇ ਅੰਦਰ ਗਿਆ ਤੇ ਨਾਲੇ ਮਰਦੰਗ ਵਜਾਇਆ ਗੋਰਖ ਨੇ ਤੇ ਉੱਚੀ ਆਵਾਜ਼ ਵਿੱਚ ਬੋਲਿਆ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਕਿਤਾਬ ਲਿਖੀ ਹੋਈ ਹਿੰਦੀ ਵਿੱਚ ਮਿਲਦੀ ਹੈ, ਬੜੀ ਡੂੰਘੀ ਕਥਾ ਹੈ ਉਹਦੇ 'ਚ। ਜਾਗ ਮਛੰਦਰਾ ਗੋਰਖ ਆਏ, ਜਾਗੋ ਮਛੰਦਰ, ਗੋਰਖ ਆ ਗਿਆ। ਇੱਕਦਮ ਸ਼ਰਮ ਆਈ ਵੀ ਚੇਲਾ ਆ ਕੇ ਮੈਨੂੰ ਕਹਿਣ ਲੱਗ ਪਿਆ। ਉਸੇ ਵੇਲੇ ਸਰੀਰ ਛੱਡਿਆ ਤੇ ਆਪਣੇ ਸਰੀਰ 'ਚ ਆ ਗਿਆ। ਇਹ ਸਾਖੀ ਮੈਂ ਤਾਂ ਸੁਣਾਈ ਹੈ ਕਿ ਕੱਲਾ ਯੋਗ ਮੁਕਤ ਨਹੀਂ ਕਰ ਸਕਦਾ, ਵਿਕਾਰਾਂ ਤੋਂ ਯੋਗ ਖਹਿੜਾ ਨਹੀਂ ਛਡਾ ਸਕਦਾ ਜਦੋਂ ਤੱਕ ਗੁਰੂ ਦੀ ਕਿਰਪਾ ਨਾ ਹੋਵੇ। ਗੁਰੂ ਦੀ ਦਇਆ ਬਿਨਾਂ ਗੱਲ ਨਹੀਂ ਬਣਨੀ। ਤਦੇ ਗੁਰਬਾਣੀ ਵਿੱਚ ਜਦੋਂ ਸਾਹਿਬ ਨੇ ਮੂਲ ਮੰਤਰ ਉਚਾਰਿਆ, ਅਕਾਲ ਪੁਰਖ ਦਾ ਸਰੂਪ ਵਰਣਨ ਕੀਤਾ ਤੇ ਅਖੀਰ ਵਿੱਚ ਪਾਤਸ਼ਾਹ ਨੇ ਸ਼ਬਦ ਕਹਿ ਦਿੱਤਾ, ਗੁਰ ਪ੍ਰਸਾਦ। ਜਿਹੜਾ ਉੱਤੇ ਰੂਪ ਦੱਸਿਆ ਵੀ ਉਹ ਅਕਾਲ ਹੈ, ਨਿਰਭਉ ਹੈ, ਜਿਹਦਾ ਨਾਮ ਸਤ ਹੈ, ਇੱਕ ਹੈ, ਉਹਦੀ ਪ੍ਰਾਪਤੀ ਕੇਵਲ ਗੁਰੂ ਦੀ ਕਿਰਪਾ ਨਾਲ ਹੋਣੀ ਹੈ, ਗੁਰੂ ਕਿਰਪਾ ਤੋਂ ਬਿਨਾਂ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਫਰਮਾਉਂਦੇ ਨੇ, ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ। ਪਾਨੀ ਗੱਲ ਗੁਰੂ ਕਿਰਪਾ ਦੇ ਨਾਲ ਹੀ ਬਣਨੀ ਹੈ, ਚਾਹੇ ਅੱਜ ਬਣ ਜਾਏ ਤੇ ਚਾਹੇ ਕੱਲ ਤੇ ਚਾਹੇ ਪਰਸੋਂ, ਗੁਰੂ ਕਿਰਪਾ ਤੋਂ ਬਿਨਾਂ ਨਹੀਂ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ,
ਜੋ ਲਰੈ ਦੀਨ ਕੇ ਹੇਤ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ। ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ। ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ। ਕਬਹੁ ਨ ਛਾਡੈ ਖੇਤ, ਕਬਹੁ ਨ ਛਾਡੈ ਖੇਤ। ਕਬਹੁ ਨ ਛਾਡੈ ਖੇਤ, ਕਬਹੁ ਨ ਛਾਡੈ ਖੇਤ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਠਾਕੁਰ ਹਉ ਦਾਸਰੋ, ਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ। ਰਾਖੋ ਹੀਐ ਪਰੋ।